ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹੱਲਾ ਪਹਿਲਾ। ਅਸੁਰ ਸੰਘਾਰਣ ਰਾਮ ਹਮਾਰਾ, ਕਟ ਕਟ ਰਮਈਆ ਰਾਮ ਪਿਆਰਾ। ਨਾਲੇ ਅਲਖ ਨ ਲਖੀਐ ਮੂਲੇ, ਗੁਰਮੁਖ ਲੇਖਾ ਵਿਚਾਰਾ ਹੈ। ਅਸੁਰ ਸੰਘਾਰਣ ਰਾਮ ਹਮਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗ ਜੁਗੀ ਅਟਲ ਸ਼ਬਦਾ ਅਵਤਾਰ, ਦਸਾਂ ਬਾਦਸ਼ਾਹੀਆਂ ਦੀ ਆਤਮਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਬਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹੱਲਾ ਪਹਿਲਾ। ਮਾਰੂ ਰਾਗ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸ਼ੋ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਅਸੁਰ ਸੰਘਾਰਣ ਰਾਮ ਹਮਾਰਾ। ਸਾਡਾ ਪਰਮੇਸ਼ਰ ਦੈਂਤਾ ਜਾਂ ਕਾਮ ਕ੍ਰੋਧ ਆਸੁਰੀ ਸੰਪਦਾ ਰੂਪ ਦੈਂਤਾ ਨੂੰ ਨਾਸ਼ ਕਰਨ ਵਾਲਾ ਹੈ। ਕਟ ਕਟ ਰਮਈਆ ਰਾਮ ਪਿਆਰਾ। ਪਿਆਰਾ ਪਰਮੇਸ਼ਰ ਸਰੀਰਾਂ ਵਿੱਚ ਰਮਿਆ ਹੋਇਆ ਵਿਆਪਕ ਹੋਇਆ ਹੈ। ਨਾਲੇ ਅਲਖ ਨ ਲਖੀਐ ਮੂਲੇ। ਉਹ ਲਖਣ ਤੋਂ ਰਹਿਤ ਸਰੂਪ ਸਭ ਜੀਵਾਂ ਦੇ ਨਾਲ ਭਾਵ ਅੰਗ ਸੰਗ ਹੈ। ਸਦਾ ਅੰਗ ਸੰਗੇ ਅਭੰਗੰ ਬੇਪੂਤੇ। ਗੁਰਮੁਖ ਲੇਖਾ ਵਿਚਾਰਾ ਹੈ। ਪਰ ਗੁਰਾਂ ਬਿਨਾ ਉੱਕਾ ਹੀ ਜਾਣਿਆ ਨਹੀਂ ਜਾ ਸਕਦਾ। ਗੁਰਮੁਖ ਜਨਾਂ ਨੇ ਉਸ ਪ੍ਰਭੂ ਦੀ ਪ੍ਰਾਪਤੀ ਦੇ ਵਿਚਾਰਾਂ ਨੂੰ ਆਪਣੇ ਹਿਰਦੇ ਉੱਪਰ ਲਿਖ ਲਿਆ ਹੈ। ਕਲੋ ਮਸਾਜਨੀ ਕਿਆ ਸਦਾਈਐ, ਹਿਰਦੈ ਹੀ ਲਿਖ ਲਿਓ। ਗੁਰਮੁਖ ਸਾਧੂ ਸਰਣ ਤੁਮਾਰੀ। ਇਹ ਪ੍ਰਮਾਤਮਾ ਸ੍ਰੇਸ਼ਟ ਗੁਰਮੁਖ ਜਨ ਤੇਰੀ ਓਟ ਵਿੱਚ ਪਏ ਹੋਏ ਹਨ। ਕਰ ਕਿਰਪਾ ਪ੍ਰਭ ਪਾਰੇ ਉਤਾਰੀ। ਹੇ ਪ੍ਰਭੂ, ਤੂੰ ਆਪਣੀ ਮਿਹਰ ਕਰਕੇ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪ ਕਿਨਾਰੇ ਉੱਪਰ ਉਤਾਰ ਦਿੰਦਾ ਹੈ। ਅਗਨ ਪਾਣੀ ਸਾਗਰ ਅਤ ਗਹਿਰਾ। ਇਹ ਸੰਸਾਰ ਰੂਪ ਸਮੁੰਦਰ ਅਤਿਅੰਤ ਡੂੰਘਾ ਹੈ, ਜਿਸ ਵਿੱਚ ਤ੍ਰਿਸ਼ਨਾ ਰੂਪ ਅੱਗ ਅਤੇ ਪਦਾਰਥਾਂ ਵਿਸ਼ੇ ਰੂਪ ਪਾਣੀ ਹੈ। ਇਸ ਤੋਂ ਗੁਰ ਸਤ ਗੁਰ ਪਾਰੇ ਉਤਾਰਾ ਹੈ। ਪੂਜਨੀਕ ਸਤਿਗੁਰੂ ਸਾਹਿਬ ਜੀ ਨੇ ਹੀ ਗੁਰਮੁਖਾਂ ਨੂੰ
ਪਾਰ ਉਤਾਰਨਾ ਕੀਤਾ ਹੈ। ਮਨ ਮੁਖ ਅੰਧਲੇ ਸੋਜੀ ਨਾਹੀ। ਵਿਵੇਕ ਵੈਰਾਗ ਰੂਪ ਨੇਤਰਾਂ ਤੋਂ ਹੀਣੇ ਅੰਨੇ ਮਨਮੁਖ ਪੁਰਸ਼ਾਂ ਨੂੰ ਪਰਲੋਕ ਅਤੇ ਮੁਕਤੀ ਆਦਿਕ ਦੀ ਕੋਈ ਵੀ ਸੂਝ ਗਿਆਤ ਨਹੀਂ ਹੈ। ਆਵਹ ਜਾਹੀ ਮਰਹ ਮਰ ਜਾਹੀ। ਉਹ ਵਾਸ਼ਨਾ ਦੇ ਬੱਧੇ ਹੋਏ ਆਉਂਦੇ ਅਤੇ ਉਮਰ ਭੋਗ ਕੇ ਚਲੇ ਜਾਂਦੇ ਹਨ। ਇਉਂ ਮੌਤ ਦੇ ਮਾਰੇ ਹੋਏ ਮਰਦੇ ਅਤੇ ਮਰ ਕੇ ਜੂਨਾ ਨਰਕਾਂ ਨੂੰ ਚਲੇ ਜਾਂਦੇ ਹਨ। ਪੂਰਬ ਲਿਖਿਆ ਲੇਖ ਨ ਮਿਟਾਈ। ਉਸ ਦੇ ਪੂਰਬਲੇ ਕਰਮਾਂ ਦਾ ਲਿਖਿਆ ਹੋਇਆ ਲੇਖ ਮਿਟ ਨਹੀਂ ਸਕਦਾ। ਜਾਵੰਦਰ ਅੰਧ ਖੁਆਰਾ ਹੈ। ਉਹਨਾਂ ਅਗਿਆਨੀਆਂ ਨੂੰ ਜਮਾਂ ਦੇ ਦੁਆਰੇ ਤੇ ਖਰਾਬ ਹੋਣਾ ਪੈਂਦਾ, ਖੱਜਲ ਖੁਆਰ ਹੋਣਾ ਪੈਂਦਾ ਹੈ। ਕਿਆ ਵਹ ਜਾਵਹ ਕਰ ਵਾਸ ਨ ਪਾਵਹ। ਇੱਕ ਮਨਮੁਖ ਜੀਵ ਸੰਸਾਰ ਵਿੱਚ ਜਨਮ ਧਾਰ ਕੇ ਆਉਂਦੇ ਅਤੇ ਮਰ ਕੇ ਜੂਨਾਂ ਨੂੰ ਨਰਕਾਂ ਨੂੰ ਚਲੇ ਜਾਂਦੇ ਹਨ। ਕੀਰਤ ਕੇ ਬਾਧ ਹੈ ਪਾਪ ਕਮਾਵਹ। ਉਹ ਆਪਣੇ ਕੀਤੇ ਹੋਏ ਕਰਮਾਂ ਦੇ ਬੰਨੇ ਹੋਏ ਪਾਪ ਮੰਦ ਕਰਮ ਹੀ ਕਮਾਉਂਦੇ ਰਹਿੰਦੇ ਨੇ। ਇਸ ਕਰਕੇ ਸੱਚਖੰਡ ਰੂਪ ਘਰ ਦੇ ਵਿੱਚ ਵਸਣਾ ਨਹੀਂ ਪਾਉਂਦੇ ਹਨ। ਨਰਕ ਕੂਪ ਮੈਂ ਗੋਤੇ ਖਾਵੇ। ਜਿਹੜਾ ਕੁੰਭੀ ਨਰਕ ਹੈ ਇਹ ਖੂਹ ਦੇ ਵਿੱਚ ਗੋਤੇ ਖਾਂਦੇ ਹਨ। ਅੰਦੋਲੇ ਸੋਜੀ ਬੂਝ ਨ ਕਾਈ। ਅਗਿਆਨੀ ਮਨਮੁਖ ਪੁਰਸ਼ਾਂ ਨੂੰ ਪਰਲੋਕ ਦੀ ਗਿਆਤ ਅਤੇ ਇਸ ਲੋਕ ਦੀ ਵੀ ਕੋਈ ਸਮਝ ਨਹੀਂ ਹੈ। ਪਰਮਾਰਥ ਦੇ ਬੂਝ ਅਤੇ ਵਿਵਹਾਰਾਂ ਦੀ ਸੋਝੀ ਜਾਂ ਤਤਪਦ ਦੇ ਲਖਰਤ ਦੀ ਸੋਝੀ ਤੇ ਤਵੰਗਪਦ ਦੇ ਲਖਰਤ ਦੀ ਕੋਈ ਵੀ ਸਮਝ ਨਹੀਂ ਹੈ। ਲੋਭ ਬੁਰਾ ਅਹੰਕਾਰਾ ਹੈ। ਉਹ ਲਾਲਚ ਕਰਕੇ ਮੰਦ ਕਰਮ ਕਰਦੇ ਅਤੇ ਫਿਰ ਅਭਿਮਾਨ ਕਰਦੇ ਹਨ। ਲੋਭ ਅਤੇ ਹੰਕਾਰ ਕਰਕੇ ਉਹਨਾਂ ਦਾ ਚਿੱਤ ਬੁਰਾ ਹੋ ਰਿਹਾ ਹੈ। ਫਿਰ ਬਿਨ ਕਿਆ ਤਿਸ ਧਨ ਸੀਗਾਰਾ। ਜਿਵੇਂ ਪਤੀ ਤੋਂ ਬਿਨਾਂ ਉਸ ਇਸਤਰੀ ਦਾ ਸ਼ਿੰਗਾਰ ਕੀਤਾ ਹੋਇਆ ਕਿਸ ਅਰਥ ਹੈ, ਕਿਸੇ ਵੀ ਕੰਮ ਨਹੀਂ ਹੈ। ਜਿਸ ਨੇ ਆਪਣਾ ਮਹਾਰਾਜ ਕਹਿੰਦੇ ਨੇ ਪਰ ਫਿਰ ਰਾਤੀ ਖਸਮ ਵਸਾਰਾ। ਆਪਣਾ ਮਾਲਕ ਭਾਵ ਆਪਣਾ ਪਤੀ ਤਾਂ ਭੁਲਾਇਆ ਹੋਇਆ ਹੈ ਤੇ ਪਰਾਏ ਪਤੀ ਨਾਲ ਰੰਗ ਲੜੀਆਂ ਮਾਣਦੀ ਪਈ ਆ। ਇਸੇ ਪ੍ਰਕਾਰ ਫਿਰ ਬਿਨਾ ਕਿਆ ਤਿਸ ਧਨ ਸੀਗਾਰਾ। ਉਸ ਜੀਵ ਰੂਪ ਇਸਤਰੀ ਦਾ ਸਾਧਨਾ ਰੂਪ ਸ਼ਿੰਗਾਰ ਕੀਤਾ ਹੋਇਆ ਕਿਸ ਅਰਥ ਹੈ। ਪਰ ਫਿਰ ਰਾਤੀ ਖਸਮ ਵਸਾਰਾ। ਜੋ ਕਿ ਆਪਣੇ ਪਤੀ ਅਕਾਲ ਪੁਰਖ ਦੇ ਪ੍ਰੇਮ ਤੋਂ ਬਿਨਾਂ ਹੈ ਅਤੇ ਜੋ ਮਾਲਕ ਅਕਾਲ ਪੁਰਖ ਨੂੰ ਬੁਲਾ ਕੇ ਪਰਾਏ ਪਤੀ ਭਾਵ ਦੇਵੀ ਦੇਵਤਿਆਂ ਦੀ ਉਪਾਸਨਾ ਦੇ ਵਿੱਚ ਰੰਗੀ ਹੋਈ ਹੈ। ਜਿਉ ਬੇਸੁਆ ਪੂਤ ਬਾਪ ਕੋ ਕਹੀਆ। ਜਿਵੇਂ ਵੇਸ਼ਵਾ ਦੇ ਪੁੱਤਰ ਦਾ ਪਿਤਾ ਕਿਹੜਾ ਕਹੀਦਾ ਹੈ, ਭਾਵ ਕੋਈ ਨਹੀਂ ਕਹੀਦਾ। ਤਿਉ ਫੋਕਟ ਕਾਰ ਵਿਕਾਰਾ ਹੈ। ਤਿਵੇਂ ਗੁਰੇ ਦਾ ਕੋਈ ਗੁਰੂ ਪੀਰ ਕਥਨ ਨਹੀਂ ਕਰੀਦਾ। ਉਹ ਮਨਮੁਖ ਦੇ ਕੰਮ ਵਿਅਰਥ ਅਤੇ ਵਿਕਾਰਾਂ ਦੀ ਉਤਪੰਨ ਕਰਨ ਵਾਲੇ ਹੀ ਹਨ ਜਾਂ ਬੇਕਾਰ ਉਲਟੇ ਕੰਮ ਹੀ ਕਰਦੇ ਹਨ। ਪ੍ਰੇਤ ਪਿੰਜਰ ਮਹ ਦੁਖ ਕਨੇਰੇ। ਪਾਪੀ ਪੁਰਸ਼ਾਂ ਨੂੰ ਭੂਤਾਂ ਦੇ ਸਰੀਰ ਵਿੱਚ ਪੈਣ ਕਰਕੇ ਬਹੁਤ ਦੁੱਖ ਸਹਾਰਨੇ ਪੈਂਦੇ ਨੇ। ਭਾਵ ਇਹ ਹੈ, ਮੰਨਿਆ ਜਾਂਦਾ ਹੈ ਕਿ ਪ੍ਰੇਤ ਦੇ ਸਰੀਰ ਦੀ 1.25 ਮਣ ਭੁੱਖ ਹੁੰਦੀ ਹੈ ਤੇ ਮੂੰਹ
ਉਸ ਦਾ ਸੂਈ ਦੇ ਨੱਕੇ ਜਿੰਨਾ ਬਰੀਕ ਹੁੰਦਾ ਹੈ, ਜਿਸ ਰਾਹੀਂ ਖੂਨ ਦੀ ਇੱਕ ਅੱਧੀ ਬੂੰਦ ਹੀ ਅੰਦਰ ਜਾ ਸਕਦੀ ਹੈ। ਫਿਰ ਜਿਸ ਪਦਾਰਥ ਨੂੰ ਵੀ ਹੱਥ ਲਾਉਂਦਾ ਹੈ ਉਸ ਲਈ ਵਿਸ਼ਟਾ ਬਣ ਜਾਂਦਾ ਹੈ। ਜੇਕਰ ਪਰਮੇਸ਼ਰ ਕਿਰਪਾਲੂ ਹੋ ਕੇ ਮੁਕਤ ਨਾ ਕਰੇ ਤਾਂ ਉਹ ਮਹਾਂਪਰਲੋ ਤੱਕ ਪ੍ਰੇਤ ਦੀ ਜੂਨੀ ਵਿੱਚ ਹੀ ਪਿਆ ਰਹਿੰਦਾ ਹੈ। ਇਉਂ ਪ੍ਰੇਤ ਦੀ ਦੇਹੀ ਵਿੱਚ ਬਹੁਤ ਦੁੱਖ ਸਹਾਰਨੇ ਪੈਂਦੇ ਨੇ। ਨਰਕ ਪਚਾ ਹੈ ਅਗਿਆਨ ਅੰਧੇਰੇ। ਫਿਰ ਅਗਿਆਨ ਦੇ ਹਨੇਰੇ ਕਰਕੇ ਨਰਕਾਂ ਵਿੱਚ ਹੀ ਸੜਦਾ ਰਹਿੰਦਾ ਹੈ। ਧਰਮ ਰਾਏ ਕੀ ਬਾਕੀ ਲੀਜਾ। ਉਸ ਕੋਲੋਂ ਧਰਮ ਰਾਜਾ ਕਰਮਾਂ ਧਰਮਾਂ ਦੀ ਬਾਕੀ ਮਤਲਬ ਹਿਸਾਬ ਕਿਤਾਬ ਪਿੱਛੋਂ ਰਹੀ ਰਕਮ ਲੈਂਦਾ ਹੈ। ਜਿਨ ਹਰ ਕਾ ਨਾਮ ਵਿਸਾਰਾ ਹੈ। ਜਿਸ ਪੁਰਸ਼ ਨੇ ਹਰੀ ਪਰਮੇਸ਼ਰ ਦਾ ਨਾਮ ਭੁਲਾ ਦਿੱਤਾ ਹੈ, ਧਰਮ ਰਾਜਾ ਉਹਦੇ ਕੋਲੋਂ ਹਿਸਾਬ ਕਿਤਾਬ ਮੰਗਦਾ ਹੈ, ਕਿਉਂਕਿ ਉਹ ਬੈਠਾ ਇਸੇ ਵਾਸਤੇ ਹੈ। ਧਰਮ ਰਾਏ ਨੂੰ ਹੁਕਮ ਹੈ, ਬਹਿ ਸੱਚਾ ਧਰਮ ਵਿਚਾਰ, ਦੂਜਾ ਪਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਸੂਰਜ ਤਪੈ ਅਗਨ ਬਿਖ ਝਾਲਾ। ਜਮ ਮਾਰਗ ਵਿੱਚ ਜਿੱਥੇ 12 ਸੂਰਜ ਤਪਦੇ ਨੇ, 10,000 ਯੋਜਨ ਅੱਗ ਦਾ ਕੁੰਡ ਅਤੇ ਜ਼ਹਿਰ ਦਾ ਅਸਪਤਰਨ ਝਾਲਾ ਮਤਲਬ ਬਣ ਹੈ। ਆਪਤ ਪਸ਼ੂ ਮਨ ਮੁਖ ਬੇਤਾਲਾ। ਉਥੇ ਮਨਮੁਖ ਪੁਰਸ਼ ਬੇਪੱਤਾ ਕਰਕੇ ਪਸ਼ੂ ਅਤੇ ਭੂਤ ਆਦਿਕ ਜੂਨਾਂ ਦੇ ਵਿੱਚ ਪਾਇਆ ਜਾਂਦਾ ਹੈ, ਜਾਂ ਮਨਮੁਖ ਪੁਰਖ ਤਾਲਾ ਸਰੂਪ ਦੀ ਪ੍ਰਾਪਤੀ ਤੋਂ ਬੇਰਹਿਤ ਰਹਿੰਦਾ ਹੈ। ਆਸਾ ਮਨਸਾ ਕੂੜ ਕਮਾਵਹਿ। ਇਹ ਛਾਵਾਂ ਅਤੇ ਵਾਸ਼ਨਾਵਾਂ ਦਾ ਬੱਧਾ ਹੋਇਆ ਜੀਵ ਕੂੜ ਹੀ ਕਮਾਉਂਦਾ ਹੈ। ਰੋਗ ਬੁਰਾ ਬੁਰਿਆਰਾ ਹੈ। ਇਹ ਅਗਿਆਨ ਦਾ ਰੋਗ ਬਹੁਤ ਮੰਦਾ ਹੈ, ਜਿਸ ਨਾਲ ਲੱਗ ਕੇ ਜੀਵ ਬੁਰਿਆਈ ਵਾਲਾ ਹੋ ਰਿਹਾ ਹੈ। ਮਸਤਕ ਭਾਰ ਕਲਰ ਸਿਰ ਭਾਰਾ। ਜੀਵ ਦੇ ਮੱਥੇ ਉੱਪਰ ਪਾਪਾਂ ਦਾ ਅਸਹਿ ਭਾਰ ਹੈ ਅਤੇ ਮੰਦ ਕਰਮਾਂ ਰੂਪ ਕਲਰ ਕਰਕੇ ਜੀਵ ਨੂੰ ਨਰਕਾਂ ਜਾਂ ਮਾਤਾ ਦੇ ਗਰਭ ਦੇ ਵਿੱਚ ਸਿਰ ਭਾਰਾ, ਸਿਰ ਭਾਰ ਭਾਵ ਪੁੱਠਾ ਲਟਕਾਇਆ ਜਾਂਦਾ, ਸਿਰ ਹੇਠਾਂ ਦੇ ਲੱਤਾਂ ਉੱਪਰ। ਕਿਉ ਕਰ ਪਵ ਜਲ ਲੰਗਸ ਪਾਰਾ। ਇਹ ਜੀਵ ਕਿਵੇਂ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਣਾ ਪਾਵੇਗਾ, ਪਾਰ ਨਹੀਂ ਹੋ ਸਕਦਾ। ਸਤਿਗੁਰ ਬੋਹਿਥ ਆਦ ਜੁਗਾਦੀ। ਆਦ ਜੁਗਾਦੀ ਸਦਾ ਸਦਾ ਜਾਂ ਸੰਸਾਰ ਦੇ ਮੁੱਢ ਅਤੇ ਯੁੱਗ ਆਦਿਕਾਂ ਦੇ ਮੁੱਢ ਤੋਂ ਹੀ ਸਤਿਗੁਰੂ ਸਾਹਿਬ ਜੀ ਜਹਾਜ਼ ਰੂਪ ਹਨ। ਰਾਮ ਨਾਮ ਨਿਸਤਾਰਾ ਹੈ। ਜੋ ਪਰਮੇਸ਼ਰ ਦੇ ਨਾਮ ਰੂਪ ਅਨਕੋਲੀ ਪਾਉਣ ਦੇ ਕੇ ਤਾਰਨ ਕਰਦੇ ਹਨ। ਪੁੱਤਰ ਕਲਤਰ ਜਗ ਹੇਤ ਪਿਆਰਾ। ਜੀਵਨ ਦਾ ਆਪਣੇ ਪੁੱਤਰ ਇਸਤਰੀ ਸੰਸਾਰ ਦੇ ਮੋਹ ਤੇ ਪਿਆਰ ਪਾਇਆ ਹੋਇਆ ਹੈ, ਜਾਂ ਸੰਸਾਰ ਵਿੱਚ ਪੁੱਤਰਾਂ ਨਾਲ ਹੇਤ ਅਤੇ ਇਸਤਰੀ ਨਾਲ ਪਿਆਰ ਕਰਦਾ ਹੈ। ਮਾਇਆ ਮੋਹ ਪਸਰਿਆ ਪਾਸਾਰਾ। ਇਹ ਮਾਇਆ ਦੇ ਮੋਹ ਦਾ ਹੀ ਫੈਲਿਆ ਹੋਇਆ ਹੈ। ਜਮ ਕੇ ਫਾਹੇ ਸਤਿਗੁਰ ਤੋੜੇ। ਜਿਨ੍ਹਾਂ ਦੇ ਯਮਦੂਤਾਂ ਜਾਂ ਜੰਮਣ ਮਰਨ ਦੇ ਜੰਜਾਲ ਸਤਿਗੁਰੂ ਸਾਹਿਬ ਜੀ ਨੇ ਤੋੜ ਦਿੱਤੇ ਹਨ। ਗੁਰਮੁਖ ਤਤ ਵਿਚਾਰਾ ਹੈ। ਉਹਨਾਂ ਗੁਰਮੁਖ ਜਨਾਂ ਨੇ ਤਤ ਸਰੂਪ ਦਾ ਨਿਰਣਾ ਕੀਤਾ ਹੈ। ਕੂੜ ਮੁੱਠੀ ਚੱਲ ਬਹੁਰਾਹੀ। ਜਿਨ੍ਹਾਂ ਦੀ ਬੁੱਧੀ ਝੂਠ ਨੇ ਠੱਗੀ ਹੋਈ ਹੈ, ਉਹ ਦੇਵੀ ਦੇਵਤਿਆਂ ਆਦਿਕ ਦੇ
ਬਹੁਤੇ ਰਾਹਾਂ ਉੱਪਰ ਚੱਲਦੇ ਹਨ। ਮਨ ਮੁਖ ਦਾਜੈ ਪੜ ਪੜ ਪਾਹੀ। ਉਹ ਮਨਮੁਖ ਲੋਕ ਤ੍ਰਿਸ਼ਨ, ਕਾਲ, ਗਰਭ, ਨਰਕ ਦੀ ਅੱਗ ਦੇ ਵਿੱਚ ਪੈ ਪੈ ਕੇ ਸੜਦੇ ਰਹਿੰਦੇ ਹਨ। ਅੰਮ੍ਰਿਤ ਨਾਮ ਗੁਰੂ ਵਡ ਦਾਣਾ। ਜੋ ਗੁਰੂ ਸਾਹਿਬ ਜੀ ਅੰਮ੍ਰਿਤ ਨਾਮ ਦੇ ਵੱਡੇ ਦਾਤੇ ਹਨ, ਉਹ ਇਹੀ ਸਿੱਖਿਆ ਦਿੰਦੇ ਹਨ ਕਿ ਨਾਮ ਜਪੋ ਸੁਖ ਸਾਰਾ ਹੈ। ਇਹ ਭਾਈ ਨਾਮ ਜਪਣਾ ਕਰੋ, ਇਹੀ ਸ੍ਰੇਸ਼ਟ ਸੁਖ ਹੈ। ਸਤਿਗੁਰ ਤੁਠਾ ਸਚ ਦਰੜਾਏ। ਜਿਸ ਉੱਪਰ ਸੱਚਾ ਗੁਰੂ ਪ੍ਰਸੰਨ ਹੁੰਦਾ ਹੈ, ਉਸ ਨੂੰ ਸੱਚਾ ਨਾਮ ਦ੍ਰਿੜਾਉਂਦਾ ਹੈ। ਸਭ ਦੁੱਖ ਮਿਟੇ ਮਾਰਗ ਪਾਏ। ਉਸ ਦੇ ਸਾਰੇ ਦੁੱਖ ਨਿਮ੍ਰਿਤ ਕਰਕੇ ਉਸ ਨੂੰ ਸਤਿਗੁਰੂ ਭਗਤੀ ਸਹਿਤ ਗਿਆਨ ਦੇ ਰਸਤੇ ਉੱਪਰ ਪਾ ਦਿੰਦਾ ਹੈ। ਗੰਡਾ ਪਾਏ ਨ ਗੱਡਈ ਮੂਲੇ। ਇਹ ਭਾਈ ਜਿਸ ਪੁਰਸ਼ ਨੂੰ ਜਿਸ ਸਤਿਗੁਰ ਰੱਖਣ ਹਾਰਾ ਹੈ। ਜਿਸ ਪੁਰਸ਼ ਨੂੰ ਸਤਿਗੁਰੂ ਆਪ ਰੱਖਣ ਵਾਲਾ ਹੈ, ਉਸ ਦੇ ਗਲ ਵਿੱਚ ਜ਼ੁਬਾਨ ਵਿੱਚ ਨਿੰਦਿਆ ਰੂਪੀ ਕੰਡਾ ਨਹੀਂ ਪੈਂਦਾ, ਅਤੇ ਮਨ ਰੂਪ ਪੈਰ ਵਿੱਚ ਈਰਖਾ ਰੂਪ ਵਿਕਾਰਾਂ ਰੂਪ ਕੰਡਾ ਕਦਾਚਿਤ ਵੀ ਗੱਡਿਆ ਨਹੀਂ ਜਾਂਦਾ। ਖੇਹੂ ਖੇਹਾ ਰਲੈ ਤਨ ਛੀਜੈ। ਇਹ ਪੰਜਾਂ ਤੱਤਾਂ ਰੂਪੀ ਖੇ ਸਵਾਹ ਦਾ ਬਣਿਆ ਹੋਇਆ ਤਨ ਸਰੀਰ ਨਾਸ਼ ਹੋਣ ਤੋਂ ਸਵਾਹ ਵਿੱਚ ਹੀ ਰਲ ਜਾਂਦਾ ਹੈ। ਮਨ ਮੁਖ ਪਾਥਰ ਸੈਲ ਨਾ ਭੀਜੈ। ਪਰ ਮਨਮੁਖ ਦਾ ਚਿੱਤ ਪੱਥਰ ਦੀ ਸਿਲਾ ਵਰਗਾ ਕਠੋਰ ਹੈ, ਖੁਸ਼ਕ ਪੱਥਰ ਵਾਂਗ ਹੈ, ਜੋ ਨਾਮ ਸ਼ਾਸਤਰ ਗਿਆਨ ਰੂਪੀ ਜਲ ਨਾਲ ਭੇਜਦਾ ਨਹੀਂ ਹੈ। ਕਾਰਨ ਪਲਾਵ ਕਰੇ ਬਹੁ ਤੇਰੇ। ਜੀਵ ਕੀਰਨੇ ਪਾਉਂਦਾ ਹੈ ਅਤੇ ਬੇਅੰਤ ਯਤਨ ਕਰਦਾ ਹੈ, ਜਿਸ ਕਰਕੇ ਮੰਦ ਕਰਨ ਦਾ ਕਰਮਾਂ ਦੇ ਪ੍ਰਭਾਵ ਕਰਕੇ ਨਰਕ ਵਿੱਚ ਅਤੇ ਪੁੰਨਾਂ ਦੇ ਪ੍ਰਭਾਵ ਕਰਕੇ ਸਵਰਗ ਦੇ ਵਿੱਚ ਨਰਕ ਸੁਰਗ ਅਵਤਾਰਾ ਹੈ। ਉਹ ਪੁੰਨਾਂ ਪਾਪਾਂ ਕਰਕੇ ਨਰਕਾਂ ਸਵਰਗਾਂ ਦੇ ਵਿੱਚ ਜਨਮ ਦਾ ਭਾਵ ਆਉਂਦਾ ਜਾਂਦਾ ਰਹਿੰਦਾ ਹੈ। ਮਾਇਆ ਬੇਖ ਪੁਯੰਗਮ ਨਾਲੇ। ਮਾਇਆ ਰੂਪੀ ਸਪਨੀ ਸ਼ਬਦ ਸਪਰਸ਼ ਆਦਿਕ ਵਿਸ਼ਿਆਂ ਰੂਪੀ ਜ਼ਹਿਰ ਦੇ ਨਾਲ ਹੀ ਭਰੀ ਰਹਿੰਦੀ ਹੈ। ਐਨ ਦੁਬਦਾ ਕਰ ਬਹੁਤੇ ਗਾਲੇ। ਇਸ ਮਾਇਆ ਨੇ ਦੁਚਿੱਤੇ ਪੁਣੇ ਵਿੱਚ ਪਾ ਕੇ ਬਹੁਤੇ ਅੰਧਕਾਰ ਰੂਪੀ ਘਰ ਗਾਲ ਸੁੱਟੇ ਹਨ। ਸਤਿਗੁਰ ਬਾਜਹੁ ਪ੍ਰੀਤ ਨ ਉਪਜੈ। ਸਤਿਗੁਰੂ ਸਾਹਿਬ ਜੀ ਤੋਂ ਬਿਨਾਂ ਹਿਰਦੇ ਅੰਦਰ ਵਾਹਿਗੁਰੂ ਦੀ ਪ੍ਰੀਤੀ ਪੈਦਾ ਨਹੀਂ ਹੋ ਸਕਦੀ। ਭਗਤ ਰਤੇ ਪਤਿਆਰਾ ਹੈ। ਜੋ ਪੁਰਖ ਪ੍ਰਭੂ ਦੀ ਪ੍ਰੇਮਾ ਭਗਤੀ ਵਿੱਚ ਰੰਗੇ ਗਏ ਨੇ, ਉਹਨਾਂ ਉੱਪਰ ਹੀ ਪਰਮਾਤਮਾ ਭਤੀਜਦਾ ਹੈ। ਸਾਕਤ ਮਾਇਆ ਕੋ ਬਹੁਤਾ ਵਹ। ਕਠੋਰ ਚਿੱਤ ਵਾਲੇ ਪਤਿਤ ਪੁਰਖ ਮਾਇਆ ਦੇ ਵਾਸਤੇ ਬਹੁਤ ਤਰ੍ਹਾਂ ਕਰਕੇ ਦੌੜਦੇ ਰਹਿੰਦੇ ਹਨ। ਨਾਮ ਵਿਸਾਰ ਕਹਾਂ ਸੁਖ ਪਾਵਹ। ਪਰ ਪਰਮੇਸ਼ਰ ਦੇ ਨਾਮ ਨੂੰ ਭੁਲਾ ਕੇ ਕਿੰਜ ਸੁਖ ਪਾ ਸਕਦੇ ਨੇ। ਸੁਖ ਨਾਹੀ ਰੇ ਹਰ ਭਗਤ ਬਿਨਾ। ਭਾਵ ਨਾਮ ਤੋਂ ਭਗਤੀ ਤੋਂ ਬਿਨਾ ਉਹ ਸੁਖ ਪ੍ਰਾਪਤ ਨਹੀਂ ਕਰ ਸਕਦੇ। ਤ੍ਰਿਹੁ ਗੁਣ ਅੰਤਰ ਖਪੈ ਖਪਾਵਹ। ਸਾਗਤ ਪੁਰਖ ਤਿੰਨ ਗੁਣ ਰਾਜਸੀ, ਤਾਮਸੀ, ਸਾਂਦਕੀ ਦੇ ਵਿੱਚ ਆਪ ਖਪਦੇ ਅਰ ਹੋਰਨਾਂ ਨੂੰ ਖਪਾਉਂਦੇ ਹਨ। ਨਾਹੀ ਪਾਰ ਉਤਾਰਾ ਹੈ। ਇਹਨਾਂ ਗੁਣਾਂ ਦੀ ਉਪਾਸਨਾ ਵਿੱਚ ਲੱਗਣ ਕਰਕੇ ਵੀ ਸੰਸਾਰ ਤੋਂ ਉਹਨਾਂ ਦਾ
ਪਾਰ ਉਤਾਰਾ ਨਹੀਂ ਹੁੰਦਾ ਹੈ। ਕੂਕਰ ਸੂਕਰ ਕਹੀਐ ਕੂੜਿਆਰਾ। ਝੂਠੇ ਪੁਰਖਾਂ ਨੂੰ ਕੁੱਤਿਆਂ ਅਤੇ ਸੂਰਾਂ ਦੀ ਤਰ੍ਹਾਂ ਕਿਹਾ ਜਾਂਦਾ ਹੈ। ਭਾਵ ਜਿਵੇਂ ਕੁੱਤੇ ਅਤੇ ਸੂਰ ਆਦਿਕ ਗੰਦਗੀ ਖਾਂਦੇ ਨੇ, ਇਉਂ ਇਹ ਪਰਾਇਆ ਹੱਕ ਨਿੰਦਿਆ ਆਦਿਕ ਗੰਦਗੀ ਨੂੰ ਖਾਂਦੇ ਹਨ। ਭਉ ਕਮਰ ਹੈ ਭਉ ਭਉ ਭਉਹਾਰਾ। ਉਹ ਭਟਕਣੇ ਵਾਲੇ ਹੋ ਕੇ ਪਦਾਰਥਾਂ ਦੀ ਪ੍ਰਾਪਤੀ ਲਈ ਵਿਅਰਥੀ ਭੌਂ ਭੌਂ ਸ਼ਬਦ ਕਰਦੇ ਹੋਏ ਭੌਂਕਦੇ ਮਰ ਜਾਂਦੇ ਨੇ, ਜਾਂ ਕੁੱਤੇ ਦੀ ਨਿਆਈ ਭੌਂਕਦੇ ਹੋਏ ਮਰ ਜਾਂਦੇ ਨੇ, ਅਤੇ ਸੂਰ ਦੀ ਨਿਆਈ ਭੌਣ ਵਾਲੇ ਹੋ ਕੇ ਭੌਂ ਭੌਂ ਪਾਪ ਭਟਕ ਭਟਕ ਕੇ ਮਰ ਜਾਂਦੇ ਹਨ। ਜਾਂ ਇਸ ਭੈਦਾਇਕ ਸੰਸਾਰ ਵਿੱਚ ਭੈ ਦੇ ਸੰਯੁਕਤ ਹੋ ਕੇ ਪਦਾਰਥਾਂ ਵਾਸਤੇ ਹੰਕਾਰ ਵਿੱਚ ਵਿਅਰਥ ਭੌਂਕਦੇ ਮਰ ਜਾਂਦੇ ਹਨ। ਮਨ ਤਨ ਝੂਠੇ ਕੂੜ ਕਮਾਵਹਿ। ਉਹ ਹਿਰਦੇ ਅਤੇ ਸਰੀਰ ਕਰਕੇ ਝੂਠੇ ਨੇ ਅਤੇ ਕੂੜ ਹੀ ਕਮਾਉਂਦੇ ਹਨ। ਦੁਰਮਤ ਦਰਗਹ ਹਾਰਾਹੇ। ਉਹ ਖੋਟੀ ਮੱਤ ਵਾਲੇ ਪਰਮੇਸ਼ਰ ਦੀ ਨਿਆਈ ਸਭਾ ਵਿੱਚ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦੇ ਹਨ। ਸਤਿਗੁਰ ਮਿਲੈ ਤਮਨੂਆ ਟੇਕੈ। ਇਹ ਭਾਈ, ਜੇਕਰ ਸਤਿਗੁਰੂ ਮਿਲ ਪਵੇ ਤਾਂ ਮਨ ਟਿਕਦਾ ਹੈ। ਜਿਉ ਮੰਦਰ ਕੋ ਥੰਮੈ ਥੰਮਣ, ਤਿਉ ਗੁਰ ਕਾ ਸ਼ਬਦ ਮਨੈ ਅਸਥੰਮਣ। ਇਹ ਜਿਹੜੀ ਛੱਤ ਹੈ ਬਿਨਾਂ ਕੰਧਾਂ ਬਿਨਾਂ ਥੰਮਿਆਂ ਤੋਂ ਟਿਕ ਨਹੀਂ ਸਕਦੀ। ਇਸੇ ਪ੍ਰਕਾਰ ਜਿੰਨਾ ਚਿਰ ਸਤਿਗੁਰੂ ਸ਼ਬਦ ਨਾ ਦ੍ਰਿੜ ਕਰਵਾਏ ਉਹਨਾਂ ਚਿਰ ਮਨ ਨਹੀਂ ਟਿਕਦਾ ਹੈ। ਰਾਮ ਨਾਮ ਦੇ ਸਰਨ ਪਰਿਕੈ। ਗੁਰੂ ਜੀ ਜਦ ਮਿਲਦੇ ਨੇ ਤਾਂ ਰਾਮ ਦਾ ਨਾਮ ਦੇ ਕੇ ਵਾਹਿਗੁਰੂ ਦੀ ਓਟ ਵਿੱਚ ਪਾ ਦਿੰਦੇ ਨੇ, ਜਾਂ ਗੁਰੂ ਜੀ ਸ਼ਰਨ ਪਏ ਹੋਏ ਨੂੰ ਰਾਮ ਦਾ ਨਾਮ ਦੇ ਦਿੰਦੇ ਹਨ। ਹਰ ਤਨ ਨਾਮ ਅਮੋਲਕ ਦੇਵੈ। ਗੁਰੂ ਸਾਹਿਬ ਜੀ ਹਰੀ ਪਰਮੇਸ਼ਰ ਦਾ ਨਾਮ ਰੂਪ ਬੇਕੀਮਤ ਧਨ ਦੇਣਾ ਕਰਦੇ ਹਨ। ਹਾਰ ਜਾਸਾ ਦਰਗਹ ਪਿਆਰਾ ਹੈ। ਜਿਸ ਨਾਮ ਧਨ ਕਰਕੇ ਪਰਮੇਸ਼ਰ ਦਾ ਕੀਰਤਨ ਕਰਨ ਵਾਲਾ ਪਰਮੇਸ਼ਰ ਨੂੰ ਆਪਣੀ ਦਰਗਾਹ ਦੇ ਵਿੱਚ ਪਿਆਰਾ ਲੱਗਦਾ ਹੈ। ਰਾਮ ਨਾਮ ਸਾਧੂ ਸਰਣਾਈ। ਪਰਮੇਸ਼ਰ ਦਾ ਨਾਮ ਸ੍ਰੇਸ਼ਟ ਮਹਾਤਮਾ ਜਨ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਪੈ ਕੇ ਹੀ ਮਿਲਦਾ ਹੈ। ਸਤਿਗੁਰ ਬਚਨੀ ਗਾਤਾ ਮਿਤ ਪਾਈ। ਸਤਿਗੁਰੂ ਸਾਹਿਬ ਜੀ ਦੇ ਬਚਨਾਂ ਦੀ ਕਮਾਈ ਕਰਕੇ ਪ੍ਰਾਪਤੀ ਦੀ ਮਰਿਆਦਾ ਪਾਈ ਦੀ ਹੈ। ਨਾਨਕ ਹਰ ਜਪ ਹਰ ਮਨ ਮੇਰੇ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਹੇ ਮੇਰੇ ਮਨਾ, ਹਰੇ ਪਰੇ ਕਰਨ ਵਾਲੇ ਹਰੀ ਪਰਮੇਸ਼ਰ ਦਾ ਨਾਮ ਜਪ। ਹਰ ਮੇਲੇ ਮੇਲਣ ਹਾਰਾ ਹੈ। ਤਾਂ ਮੇਲਣ ਵਾਲਾ ਹਰੀ ਪਰਮਾਤਮਾ ਆਪਣੇ ਸਰੂਪ ਦੇ ਵਿੱਚ ਮੇਲ ਲੈਂਦਾ ਹੈ। ਮਾਰੂ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਾਰੂ ਰਾਗ ਵਿੱਚ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਕਾਰ ਰਹੋ ਰੇ ਮਨ ਮੁਗਧ ਆਨੇ। ਇਹ ਸ਼ਾਸਤਰ ਗਿਆਤ ਤੋਂ ਰਹਿਤ ਬੇਸਮਝ ਅਤੇ ਸਰੂਪ ਗਿਆਨ ਵੱਲੋਂ ਅਣਜਾਣ ਮਨਾ ਆਪਣੇ ਹਿਰਦੇ ਰੂਪ ਜਾਂ ਸਤਸੰਗਤ ਰੂਪ ਘਰ ਵਿੱਚ ਅਸਥਿਤ ਹੋ ਕੇ ਰਹਿਣਾ ਕਰ। ਰਾਮ ਜਪਹੁ ਅੰਤਰਗਤ ਧਿਆਨੇ। ਆਪਣੀ ਅੰਤਰਮੁਖ ਬਿਰਤੀ ਦੁਆਰਾ ਧਿਆਨ ਲਗਾ ਕੇ ਜਾਂ ਜੋ ਹਿਰਦੇ ਵਿੱਚ ਪ੍ਰਾਪਤ ਹੋਣ ਰੂਪ ਪ੍ਰਭੂ ਦਾ ਧਿਆਨ ਲਗਾ ਕੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ। ਲਾਲਚ ਛੋੜ ਰਚਹੁ ਅਪਰੰਪਰ। ਬਥੇਰਾ ਖਾ ਲਿਆ, ਪੀ ਲਿਆ, ਹੰਢਾ ਲਿਆ, ਹੁਣ ਤਾਂ ਛੱਡ ਦੇ ਖਾਣ ਦੇ ਲਾਲਚ ਨੂੰ। ਪਦਾਰਥਾਂ ਦੇ ਖਾਣ ਦਾ, ਮਾਇਆ ਦਾ ਲਾਲਚ ਛੱਡ ਕੇ
ਪਰੇ ਤੋਂ ਪਰੇ ਸ੍ਰੇਸ਼ਟ ਜਾਂ ਪ੍ਰਕਿਰਤੀ ਦੇ ਪਰਾ ਰੂਪ ਪਰਮੇਸ਼ਰ ਵਿੱਚ ਰਚਨਾ ਕਰ। ਇਉ ਪਾਵਹੁ ਮੁਕਤ ਦੁਆਰਾ ਹੈ। ਇੰਜ ਮੁਕਤੀ ਦੇ ਦੁਆਰੇ ਗਿਆਨ ਨੂੰ ਤੂੰ ਪਾ ਲਵੇਂਗਾ ਜਾਂ ਦੁਆਰਿਆਂ ਵਾਲੇ ਸਰੀਰ ਸੰਸਾਰ ਤੋਂ ਮੁਕਤੀ ਪਾ ਲਵੇਂਗਾ। ਜੈਸਾ ਬਿਸਰਿਆ ਜਮ ਜੋਹਣ ਲਾਗੈ। ਜਿਸ ਨਾਮ ਦੇ ਭੁੱਲ ਜਾਣ ਕਰਕੇ ਯਮਦੂਤ ਤੱਕਣ ਸਾੜਨ ਲੱਗ ਪੈਂਦਾ ਹੈ। ਸਭ ਸੁਖ ਜਾਹੇ ਦੁਖਾ ਫੁਨ ਆਗੈ। ਸਾਰੇ ਸੁੱਖ ਚਲੇ ਜਾਂਦੇ ਨੇ, ਫਿਰ ਅੱਗੇ ਪਰਲੋਕ ਦੇ ਦੁੱਖ ਆ ਚੰਬੜਦੇ ਹਨ। ਰਾਮ ਨਾਮ ਜਪ ਗੁਰਮੁਖ ਜੀਅੜੇ। ਹੇ ਮੇਰੀ ਜਿੰਦੇ ਮੁਖੀ ਗੁਰਾਂ ਜਾਂ ਗੁਰਮੁਖਾਂ ਦੀ ਸੰਗਤ ਕਰਕੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ। ਇਹੋ ਪਰਮ ਤਤ ਵਿਚਾਰਾ ਹੈ। ਇਹੀ ਵੱਡੇ ਸਾਰ ਰੂਪ ਨੂੰ ਜਾਂ ਪਰਮ ਤਤ ਆਤਮਿਕ ਵਿਦਿਆ ਨੂੰ ਵਿਚਾਰਨਾ ਕੀਤਾ ਹੈ। ਹਰ ਹਰ ਨਾਮ ਜਪੋ ਰਸ ਮੀਠਾ। ਇਹ ਜਿੰਦੇ ਹਰੇਕ ਨੂੰ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ, ਜੋ ਅਤਿਅੰਤ ਹੀ ਰਸਦਾਇਕ ਅਤੇ ਪਿਆਰਾ ਹੈ। ਮਨ ਹਰ ਰਸ ਸਭ ਤੇ ਮੀਠਾ ਹੈ। ਗੁਰਮੁਖ ਹਰ ਰਸ ਅੰਤਰ ਡੀਠਾ। ਗੁਰਮੁਖ ਜਨਾਂ ਨੇ ਹਰੀ ਪਰਮੇਸ਼ਰ ਦੇ ਨਾਮ ਰਸ ਨੂੰ ਹੀ ਪ੍ਰਾਪਤ ਕਰਕੇ ਸਤ ਚਿਤ ਆਨੰਦ ਰੂਪ ਪ੍ਰਭੂ ਨੂੰ ਹਿਰਦੇ ਵਿੱਚ ਹੀ ਵੇਖ ਲਿਆ ਹੈ। ਸਭ ਰਸ ਮੀਠੇ ਮੁਖ ਲੱਗੈ ਜਾਂ ਹਰ ਗੁਣ ਗਾਵੇ। ਅਹਨਸ ਰਾਮ ਰਹੋ ਰੰਗ ਰਾਤੇ। ਦਿਨ ਰਾਤ ਰਾਮ ਪਰਮੇਸ਼ਰ ਦੇ ਪ੍ਰੇਮ ਜਾਂ ਨਾਮ ਰੰਗ ਵਿੱਚ ਰੰਗੇ ਰਹੋ। ਇਹੋ ਜਪ ਤਪ ਸੰਜਮ ਸਾਰਾ ਹੈ। ਇਹੀ ਬਾਣੀ ਕਰਕੇ ਜਪ, ਸਰੀਰ ਕਰਕੇ ਤਪੱਸਿਆ, ਇੰਦਰੀਆਂ ਦੇ ਸੰਜਮ ਦਾ ਸਾਰ ਸਿਧਾਂਤ ਹੈ। ਜਾਂ ਇਹ ਨਾਮ ਰੰਗ ਹੀ ਸ੍ਰੇਸ਼ਟ ਜਪ, ਸ੍ਰੇਸ਼ਟ ਤਪ ਅਤੇ ਸ੍ਰੇਸ਼ਟ ਸੰਜਮ ਹੈ। ਰਾਮ ਨਾਮ ਗੁਰ ਬਚਨੀ ਬੋਲਹੁ। ਪਰਮੇਸ਼ਰ ਦੇ ਨਾਮ ਨੂੰ ਗੁਰੂ ਸਾਹਿਬ ਜੀ ਦੇ ਉਪਦੇਸ਼ ਦੁਆਰਾ ਬੋਲਣਾ ਕਰੋ। ਬੋਲ ਹਰ ਨਾਮ ਸਫਲ ਸਾ ਕਰੀਏ। ਸੰਤ ਸਭਾ ਮਹਿ ਇਹੋ ਰਸ ਟੋਲਹੁ। ਸ਼ਾਂਤ ਚਿੱਤ ਮਹਾਤਮਾ ਜਨਾਂ ਦੀ ਸਭਾ ਸੰਗਤ ਵਿੱਚ ਮਿਲ ਕੇ ਇਸ ਆਤਮਾ ਰਸ ਨੂੰ ਲੱਭਣਾ ਕਰੋ। ਗੁਰਮਤਿ ਖੋਜ ਲਹੁ ਕਰ ਆਪਣਾ। ਗੁਰਾਂ ਦੀ ਸਿੱਖਿਆ ਦੁਆਰਾ ਆਪ ਦਾ ਨਿਜ ਸਰੂਪ ਰੂਪੀ ਘਰ ਲੱਭ ਲੈਣਾ ਕਰੋ। ਬਹੁੜਨ ਗਰਭ ਮਝਾਰਾ ਹੈ। ਫਿਰ ਮਾਤਾ ਦੇ ਪੇਟ ਦੀ ਜੂਨ ਵਿੱਚ ਨਹੀਂ ਪੈਣਾ ਪੈਂਦਾ ਹੈ। ਸੱਚ ਤੀਰਥ ਨਾ ਬਹੋ ਹਰ ਗੁਣ ਗਾਵਹੁ। ਪਰਮੇਸ਼ਰ ਦੇ ਗੁਣ ਗਾਵੋ, ਇਹੀ ਸੱਚੇ ਨਾਮ ਰੂਪ ਤੀਰਥ ਵਿੱਚ ਨਹਾਉਣਾ ਕਰੋ। ਤਤ ਵਿਚਾਰਹੁ ਹਰ ਲਿਵ ਲਾਵਹੁ। ਸਾਰ ਰੂਪ ਦੀ ਵਿਚਾਰ ਕਰੋ, ਹਰੀ ਪਰਮੇਸ਼ਰ ਵਿੱਚ ਆਪਣੀ ਬਿਰਤੀ ਨੂੰ ਲਾਉਣਾ ਕਰੋ, ਜੋੜਨਾ ਕਰੋ। ਅੰਤ ਕਾਲ ਜਮ ਜੋਹੇ ਨਾ ਸਕੈ। ਹੇ ਭਾਈ, ਫਿਰ ਅੰਤ ਦੇ ਸਮੇਂ ਵਿੱਚ ਯਮਦੂਤ ਬੁਰੀ ਨਜ਼ਰ ਨਾਲ ਤੁਹਾਨੂੰ ਦੇਖ ਨਹੀਂ ਸਕੇਗਾ, ਤੁਹਾਨੂੰ ਤਾੜ ਨਹੀਂ ਸਕੇਗਾ। ਹਰ ਬੋਲਹੁ ਰਾਮ ਪਿਆਰਾ ਹੈ। ਇਹ ਭਾਈ, ਪਿਆਰੇ ਰਮੇ ਹੋਏ ਹਰੀ ਪਰਮੇਸ਼ਰ ਦੇ ਜਸ ਨੂੰ ਬੋਲਣਾ ਕਰੋ। ਸਤਿਗੁਰ ਪੁਰਖ ਦਾਤਾ ਵਡ ਦਾਣਾ। ਸਤਿਗੁਰੂ ਜੀ ਪੂਰਨ ਪੁਰਖਾਰਥ ਦੇ ਦੇਣ ਵਾਲੇ ਹਨ, ਸਭ ਦਾਤਾਂ ਦੇਣ ਵਾਲੇ ਅਤੇ ਵੱਡੇ ਦਾਨਾ ਗਿਆਤੇ ਅੰਤਰਜਾਮੀ ਹਨ। ਜਿਸ ਅੰਤਰ ਸਾਚ ਸੋ ਸ਼ਬਦ ਸਮਾਣਾ। ਜਿਨ੍ਹਾਂ ਦੇ ਅੰਦਰ ਐਸੇ ਗੁਰੂ ਸਾਹਿਬ ਜੀ ਦਾ ਸੱਚਾ ਉਪਦੇਸ਼ ਵਸਦਾ ਹੈ, ਉਹ ਸ਼ਬਦ ਕਹੀਏ ਬ੍ਰਹਮ ਦੇ ਵਿੱਚ ਸਮਾਣਾ ਅਭੇਦ ਹੋ ਜਾਂਦੇ ਹਨ। ਜਿਸ ਕੋ ਸਤਿਗੁਰ ਮੇਲ ਮਿਲਾਏ। ਜਿਸ ਪੁਰਸ਼ ਨੂੰ ਸਤਿਗੁਰੂ ਸਾਹਿਬ ਜੀ
ਆਪਣੀ ਸੰਗਤ ਜਾਂ ਨਾਮ ਦੇ ਮੇਲ ਵਿੱਚ ਮਿਲਾਉਂਦੇ ਹਨ। ਤੈਸ ਚੂਕਾ ਜਮ ਪੈ ਭਾਰਾਹੇ। ਤਿੰਨਾਂ ਦਾ ਯਮਦੂਤਾਂ ਦਾ ਡਰ ਅਤੇ ਪਾਪਾਂ ਦਾ ਜਿਹੜਾ ਬੋਝ ਹੈ ਉਹ ਚੁੱਕਿਆ ਗਿਆ ਹੈ। ਪੰਜ ਤਤ ਮਿਲ ਕਾਇਆ ਕੀਨੀ। ਜੋ ਪਰਮੇਸ਼ਰ ਨੇ ਪੰਜ ਵਿਰੋਧੀ ਤੱਤ ਮੇਲ ਕੇ ਇਹ ਦੇਹ ਹੀ ਬਣਾਉਣਾ ਕੀਤੀ ਹੈ। ਤੇ ਸਮੈ ਰਾਮ ਰਤਨ ਲੈ ਚੀਨੀ। ਤਿਸ ਦੇਹੀ ਵਿੱਚ ਜਿਸ ਨੇ ਪਰਮੇਸ਼ਰ ਦਾ ਨਾਮ ਰੂਪੀ ਮਾਨਕ ਗੁਰਾਂ ਦੁਆਰਾ ਲੈਣਾ ਕੀਤਾ ਹੈ, ਉਸ ਨੇ ਨਿਜ ਸਰੂਪ ਨੂੰ ਜਾਣਨਾ ਪਛਾਨਣਾ ਕੀਤਾ ਹੈ, ਜਾਂ ਉਸ ਦੇਹੀ ਵਿੱਚ ਰਾਮ ਰੂਪ ਰਤਨ ਨੂੰ ਪਹਿਚਾਨ ਲੈਣਾ ਕਰੋ। ਆਤਮ ਰਾਮ ਰਾਮ ਹੈ ਆਤਮ। ਜੀਵ ਆਤਮਾ ਪਰਮਾਤਮਾ ਦੀ ਅੰਸ਼ ਹੈ ਤੇ ਪ੍ਰਭੂ ਰਾਮ ਸਭ ਜੀਵ ਆਤਮਾ ਵਿੱਚ ਵਿਆਪਕ ਹੈ, ਜੋ ਜਾਗਰਤ ਸੁਪਨ ਸੁਖੋਪਤ ਅਵਸਥਾ ਦਾ ਪ੍ਰਕਾਸ਼ਕ ਜਾਂ ਅਤਿਸ਼ੇ ਕਰਕੇ ਜੋ ਆ ਕੇ ਪ੍ਰਾਪਤ ਹੋਣ ਰੂਪ ਹੈ। ਹਰ ਪਾਈਆ ਸ਼ਬਦ ਵਿਚਾਰਾ ਹੈ। ਉਹੀ ਰਮੰਤੀ ਰਾਮ ਦਾ ਰੂਪ ਹੈ। ਆਤਮਾ ਤਵੰਗ ਪਦ ਦਾ ਲੱਖ ਅਰਥ ਰੂਪ ਹੈ, ਰਾਮ ਤਤ ਪਦ ਦਾ ਲੱਖ ਅਰਥ ਰੂਪ ਹੈ। ਰਾਮ ਜੋ ਤਤ ਪਦ ਦਾ ਲੱਖ ਅਰਥ ਰੂਪ ਹੈ, ਉਹੀ ਸਤਚਿਤ ਆਨੰਦ ਸਰੂਪ ਜੀਵਾਤਮਾ ਦਾ ਸਾਖੀ ਰੂਪ ਚੇਤਨ ਹੈ। ਇਹ ਜੀਵਾਤਮਾ ਅਤੇ ਹਰੀ ਪਰਮੇਸ਼ਰ ਦੀ ਏਕਤਾ ਦੀ ਵਿਚਾਰ ਗੁਰੂ ਸਾਹਿਬ ਜੀ ਦੇ ਉਪਦੇਸ਼ ਦੀ ਕਮਾਈ ਕਰਕੇ ਪ੍ਰਾਪਤ ਕਰੀ ਦੀ ਹੈ। ਸਤ ਸੰਤੋਖ ਰਹੋ ਜਨ ਭਾਈ। ਇਹ ਮੇਰੇ ਭਰਾਵੋ ਸਤ ਅਤੇ ਸੰਦੋਖ ਆਦਿ ਗੁਣਾਂ ਵਿੱਚ ਰਹਿਣਾ ਕਰੋ। ਖੇਮਾ ਗਹਉ ਸਤਿਗੁਰ ਸਰਣਾਈ। ਜੇ ਤੁਸੀਂ ਗੁਰੂ ਘਰ ਆਏ ਹੋ ਤੇ ਇੱਕ ਤਾਂ ਸੱਚ ਬੋਲਣ ਦਾ ਗੁਣ ਲੈ ਕੇ ਜਾਓ ਕਿ ਕਦੀ ਝੂਠ ਨਹੀਂ ਬੋਲਣਾ ਜ਼ਿੰਦਗੀ 'ਚ। ਸਿਰ ਭਾਵੇਂ ਲੈ ਜਾਏ ਪਰ ਝੂਠ ਨਹੀਂ ਬੋਲਣਾ। ਪੁਰਾਣੇ ਸਿੰਘਾਂ ਦੇ ਉੱਪਰ ਮੁਗਲ ਅਤੇ ਗੋਰੇ ਜਿੰਨਾ ਮਰਜ਼ੀ ਜ਼ੁਲਮ ਕਰਦੇ ਰਹੇ, ਜਿੰਨਾ ਮਰਜ਼ੀ ਵਿਰੋਧੀ ਚੱਲਦੇ ਰਹੇ, ਪਰ ਉਹਨਾਂ ਦਾ ਵਿਸ਼ਵਾਸ ਇੰਨਾ ਸੀਗਾ ਵੀ ਸਿੱਖ ਕਦੀ ਝੂਠ ਨਹੀਂ ਬੋਲਦੇ। ਅੱਜ ਅਸੀਂ ਬਾਹਰ ਦੇ ਲਾਲਚ ਨੂੰ ਅਤੇ ਇੰਟਰਨੈਸ਼ਨਲ ਪੱਧਰ 'ਤੇ ਆਪਣੀ ਪਹਿਚਾਣ ਆਪਣੀ ਇਮੇਜ ਨੂੰ ਡਾਊਨ ਕਰ ਚੁੱਕੇ ਹਾਂ। ਸਮਝ ਲਓ ਗਵਾ ਹੀ ਚੁੱਕੇ ਹਾਂ। ਸਿੱਖਾਂ ਵਾਲਾ ਜੀਵਨ ਸਾਡੇ ਸਿੱਖ ਅਖਵਾਉਣ ਵਾਲਿਆਂ ਵਿੱਚ ਨਹੀਂ ਰਿਹਾ। ਸੱਚ ਦਾ ਕਿਤੇ ਵੀ ਨਾਮੋ ਨਿਸ਼ਾਨ ਨਹੀਂ, ਝੂਠ ਦਾ ਹੀ ਬੋਲ ਬਾਲਾ ਹੈ। ਅਸੀਂ ਆਪ ਦੇ ਪੱਲਿਓਂ ਫਜ਼ੂਲ ਦੀ ਮਾਇਆ ਕੋਰਟ ਕਚਹਿਰੀਆਂ ਦੇ ਵਿੱਚ ਰੋੜਦੇ ਹਾਂ। ਕਿਸੇ ਨੋਟਰੀ ਵਾਲੇ ਨੂੰ ਦਿੰਦੇ ਹਾਂ, ਕਿਸੇ ਟੈਪਿਸਟ ਨੂੰ ਦਿੰਦੇ ਹਾਂ, ਕਿਸੇ ਵਕੀਲ ਨੂੰ ਦਿੰਦੇ ਹਾਂ। ਕਾਹਦੇ ਵਾਸਤੇ? ਵੀ ਬੰਦੇ ਨੂੰ ਬੰਦੇ ਦੀ ਜ਼ੁਬਾਨ 'ਤੇ ਭਰੋਸਾ ਨਹੀਂ। ਕਿਸੇ ਦਾ ਕੀ ਪਤਾ ਹੁਣ ਕਹਿ ਕੇ ਕੱਲ੍ਹ ਨੂੰ ਮੁੱਕਰ ਜਾਏ ਵੀ ਮੈਂ ਤਾਂ ਆਖਿਆ ਨਹੀਂ ਜੀ। ਤੋ ਇਸ ਲਈ ਕਚਹਿਰੀਆਂ 'ਚ ਅਗਲੇ ਨੂੰ ਕਹਿੰਦੇ ਇੱਥੇ ਲਿਖ ਦੇ ਅਤੇ ਸਾਈਨ ਕਰ ਦੇ। ਛੋਟੀ ਛੋਟੀ ਗੱਲ 'ਤੇ ਲਿਖਤ ਪੜ੍ਹਤ ਹੋਣ ਲੱਗ ਪਈ, ਸਾਈਨ ਹੋਣ ਲੱਗ ਪਏ। ਨਹੀਂ ਤਾਂ 100 ਬੰਦਾ ਇੱਕ ਪਾਸੇ ਗਵਾਹੀ ਦਿੰਦਾ, ਉਹਨਾਂ ਦੀ ਗੱਲ ਉਨੀ ਨਹੀਂ ਮੰਨੀ ਜਾਂਦੀ ਜਿੰਨਾ ਇੱਕ ਸਿੱਖ ਕਹਿ ਦਿੰਦਾ, ਅਤੇ ਉਹਦੀ ਗੱਲ ਮੰਨੀ ਜਾਂਦੀ ਸੀ ਵੀ ਇਹ ਝੂਠ ਨਹੀਂ ਬੋਲਦੇ। ਇਸ ਲਈ ਮਹਾਰਾਜ ਕਹਿੰਦੇ ਤੁਸੀਂ ਗੁਰਦੁਆਰੇ ਦੇ ਬੰਦੇ ਹੋ ਅਤੇ ਝੂਠ ਨਾ ਬੋਲੋ। ਚਲੋ ਜੇ ਬਹੁਤਾ ਨਹੀਂ ਕਰ ਸਕਦੇ ਤਾਂ ਕਮ ਸੇ ਕਮ ਆਪਦੇ ਘਰਦਿਆਂ ਅੱਗੇ ਤੇ ਨਾ ਬੋਲੋ। ਘਰਦਿਆਂ ਨੂੰ ਤਾਂ ਸਾਰਾ ਹੀ ਪਤਾ ਹੁੰਦਾ ਸਾਡਾ ਘਰ ਕਿਹੜਾ ਹੈ। ਨਾਨਕ ਕਹਿ ਘਰ ਕੇਵਲ ਨਾਮ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਤਾਂ ਨਾ ਬੋਲੀਏ ਭਾਈ। ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੈ ਬਾਟ ਮੁਰੀਦਾ ਜੋਲੀਏ। ਸੋ ਨਾਮ ਤੋਂ ਬਗੈਰ ਸਭ ਝੂਠ ਹੈ। ਇਹਦਾ ਅੰਤਰੀਵ ਅਰਥ ਇਹ ਹੈ ਕਿ ਵਾਹਿਗੁਰੂ ਨਾਮ ਹੀ ਬੋਲੋ। ਜਿੰਨਾ ਚਿਰ ਆਪਾਂ ਗੁਰੂ ਘਰ ਬੈਠਦੇ ਹਾਂ, ਸੱਚ ਕੀ ਹੈ? ਵਾਹਿਗੁਰੂ ਨਾਮ। ਬਾਕੀ ਸਭ ਝੂਠ ਹੈ। ਜਿੰਨੀਆਂ ਗੱਲਾਂ ਮਾਰਦੇ ਆ, ਕਹਿੰਦੇ ਨਾ ਫਲਾਣਾ ਗੱਪਾਂ ਮਾਰ ਰਿਹਾ, ਗੱਲਾਂ ਗੱਪਾਂ ਹੀ ਤਾਂ ਹਨ। ਗੱਪਾਂ ਮਾਰਨੀਆਂ ਛੱਡੋ। ਗਾਲੀ ਅਲਪਲਾਲੀਆ ਕੰਮ ਨਾ ਆਵੇ ਮਿੱਤ। ਇੱਕ ਇੱਕ ਸੈਕਿੰਡ ਕੀਮਤੀ ਹੈ। ਵਾਹਿਗੁਰੂ ਨਾਮ ਬੋਲੋ। ਦੂਸਰਾ ਲਾਲਚ ਨਾ ਕਰੋ। ਲਾਲਚ ਛੱਡੋ। ਅੰਧੇ ਹੋ ਲਾਲਚ ਦੁੱਖ ਭਾਰੀ। ਜਿੰਨਾ ਕੁ ਪਰਮਾਤਮਾ ਨੇ ਰੋਜੀ ਰੋਟੀ ਦਾ ਸਾਧਨ ਬਖਸ਼ਿਆ,
ਅਤੇ ਜਿੰਨਾ ਕੁ ਲਾਭ ਪ੍ਰਾਪਤ ਹੁੰਦਾ ਹੈ, ਉਹਦੇ ਵਿੱਚ ਸੰਤੋਖ ਰੱਖਣਾ ਕਰੋ। ਇਹ ਮੇਰੇ ਭਰਾਵੋ, ਇਹ ਦੋ ਗੁਣ ਤਾਂ ਇਹ ਗ੍ਰਹਿਣ ਕਰੋ, ਇੱਕ ਸਤ ਅਤੇ ਇੱਕ ਸੰਤੋਖ। ਤੀਸਰਾ ਖਿਮਾ ਗਾਹੋ ਸਤਿਗੁਰ ਸਰਨਾਈ। ਸਤਿਗੁਰੂ ਦੀ ਸ਼ਰਨ ਵਿੱਚ ਪੈ ਕੇ ਖਿਮਾ ਮਤਲਬ ਦੁੱਖ ਸੁੱਖ ਸਹਾਰਨ ਵਾਲੀ ਚਿੱਤ ਦੀ ਬਿਰਤੀ, ਇਹ ਗ੍ਰਹਿਣ ਕਰੋ। ਜੇ ਕੋਈ ਕ੍ਰੋਧ ਵਿੱਚ ਆ ਕੇ ਕੋਈ ਗੁੱਸਾ ਕਰਦਾ ਵੀ ਹੈ, ਕੋਈ ਗੁੱਸੇ ਵਾਲਾ ਬਚਨ, ਤੇ ਹੱਸ ਕੇ ਟਾਲ ਦਿਓ। ਜੇ ਕੋਈ ਲੜਾਈ ਕਰਦਾ, ਹੱਸੀ ਜਾਓ। ਅਗਲਾ ਆਪੇ ਸ਼ਰਮ ਕਰਕੇ ਚੁੱਪ ਕਰ ਜਾਊਗਾ ਵੀ ਮੈਂ ਤਾਂ ਲੜ ਰਿਹਾ, ਇਹ ਹੱਸੀ ਜਾਂਦਾ। ਜਦੋਂ ਆਪ ਦੀ ਚੱਲਦੀ ਉਦੋਂ ਆਪ ਦੀ ਵੀ ਚਲਾ ਲਓ। ਇਸ ਵਾਸਤੇ ਮਹਾਰਾਜ ਕਹਿੰਦੇ ਵੀ ਖਿਮਾ ਕਰੋ। ਕੋਈ ਆਪ ਤੋਂ ਛੋਟਾ ਤੁਹਾਡੀ ਨਰਾਦਰੀ ਦਾ ਬਚਨ ਕਰ ਦਿੰਦਾ, ਉਹਨੂੰ ਮਾਫ਼ ਕਰਨਾ ਖਿਮਾ ਦਾ ਗੁਣ ਹੈ। ਐਸੀ ਬਿਰਤੀ ਗ੍ਰਹਿਣ ਕਰੋ ਗੁਣਾਂ ਵਾਲੀ। ਆਤਮ ਚੀਨਾ ਪਰਾਤਮ ਚੀਨਾ। ਜੀਵ ਆਤਮਾ ਦੇ ਸਾਖੀ ਰੂਪ ਨੂੰ ਜਾਣ ਕੇ ਸਚਿਤ ਆਨੰਦ ਰੂਪ ਪਰਮੇਸ਼ਰ ਨੂੰ ਜਾਣਨਾ ਕਰੋ। ਗੁਰ ਸੰਗਤ ਇਹੋ ਨਿਸਤਾਰਾ ਹੈ। ਗੁਰੂ ਸਾਹਿਬ ਜੀ ਦੀ ਸੰਗਤ ਵਿੱਚ ਮਿਲ ਕੇ ਇਸ ਪ੍ਰਕਾਰ ਤਰਨਾ ਹੁੰਦਾ ਹੈ। ਜੇ ਗੁਣ ਨਹੀਂ ਗ੍ਰਹਿਣ ਕਰੋਗੇ ਤੇ ਫਿਰ ਤਰਨਾ ਨਹੀਂ ਹੋਵੇਗਾ। ਸਾਕਤ ਕੂੜ ਕਪਟ ਮਹ ਟੇਕਾ। ਕਠੋਰ ਚਿੱਤ ਵਾਲੇ ਪਤਿਤ ਪੁਰਸ਼ਾਂ ਦੀ ਝੂਠ ਅਤੇ ਛਲ ਫਰੇਬ ਦੇ ਵਿੱਚ ਹੀ ਓਟ ਹੁੰਦੀ ਹੈ। ਅਹਨਸ ਨਿੰਦਾ ਕਰੈ ਅਨੇਕਾ। ਉਹ ਦਿਨ ਰਾਤ ਬੇਅੰਤ ਜੀਵਾਂ ਦੀ ਨਿੰਦਿਆ ਅਪਕੀਰਤੀ ਕਰਦੇ ਰਹਿੰਦੇ ਹਨ। ਬੈਨ ਸਿਮਰਨ ਆਵਹ ਫੁਨ ਜਾਵਹਿ। ਪਰਮੇਸ਼ਰ ਦੇ ਸਿਮਰਨ ਭਜਨ ਤੋਂ ਬਿਨਾਂ ਹੋਣ ਕਰਕੇ ਸੋ ਉਹ ਜਿਹੜੇ ਸਾਖਤ ਪੁਰਖ ਨੇ ਵਾਸ਼ਨਾ ਦੇ ਬੱਧੇ ਹੋਏ ਆਉਂਦੇ ਨੇ ਅਤੇ ਮਰ ਕੇ ਫਿਰ ਜੂਨਾਂ ਮੇ ਜਾਂਦੇ ਨੇ। ਮਨਮੁਖ ਆਵੇ ਮਨਮੁਖ ਜਾਵੇ, ਅਤੇ ਮਨਮੁਖ ਫਿਰ ਚੋਟਾਂ ਖਾਵੇ। ਜਿਤਨੇ ਨਰਕ ਸੇ ਮਨਮੁਖ ਭੋਗੇ ਗੁਰਮੁਖ ਲੇਪ ਨਾ ਮਾਸਾ ਹੈ। ਇਉਂ ਗਰਭ ਜੂਨੀਆਂ ਦੇ ਨਰਕਾਂ ਦੇ ਵਿੱਚ ਹੀ ਪਏ ਰਹਿੰਦੇ ਹਨ। ਗਰਭ ਜੋਨੀ ਨਰਕ ਮਝਾਰਾ ਹੈ। ਜੋ ਮਾਤਾ ਦੀ ਗਰਭ ਜੂਨੀ ਹੈ ਇਹ ਨਰਕਾਂ ਦੀ ਤਰ੍ਹਾਂ ਹੈ, ਜਾਂ ਜੂਨਾ ਰੂਪੀ ਨਰਕਾਂ ਦੇ ਵਿੱਚ ਅਤੇ ਪ੍ਰਤੱਖ ਕੁੰਭੀ ਨਰਕਾਂ ਦੇ ਵਿੱਚ ਉਹ ਪੈਂਦੇ ਹਨ। ਸਾਕਤ ਜਮ ਕੀ ਕਾਣ ਨ ਚੂਕੈ। ਕਠੋਰ ਚਿੱਤ ਵਾਲੇ ਸਾਖਤ ਪੁਰਖਾਂ ਦੇ ਸਿਰੋਂ ਯਮਦੂਤਾਂ ਦੀ ਕਾਣ ਕਨੌੜ ਮੁਥਾਜ ਕੇ ਚੁੱਕੀ ਨਹੀਂ ਜਾਂਦੀ। ਜਮ ਕਾ ਡੰਡ ਨ ਕਬਹੂ ਮੁਕੈ। ਇਸ ਕਰਕੇ ਯਮਦੂਤਾਂ ਦਾ ਡੰਡਾ ਉਹਨਾਂ ਦੇ ਸਿਰ ਉੱਪਰ ਵਜਨ ਤੋਂ ਕਦੇ ਵੀ ਮੁੱਕਦਾ ਨਹੀਂ ਹੈ। ਜਮ ਕਾ ਡੰਡ ਮੂੰਡ ਮਹਿ ਲਾਗੈ ਖਿਨ ਮੈਂ ਕਰੈ ਨਬੀਰਾ। ਬਾਕੀ ਧਰਮ ਰਾਏ ਕੀ ਲੀਜੈ। ਉਹਨਾਂ ਕੋਲੋਂ ਧਰਮ ਰਾਜੇ ਦੇ ਹਿਸਾਬ ਕਿਤਾਬ ਦੀ ਬਾਕੀ ਰਕਮ ਲਈ ਜਾਂਦੀ ਹੈ। ਸਿਰ ਅਫਰਿਓ ਭਾਰ ਅਫਰਾਹੇ। ਉਹਨਾਂ ਹੰਕਾਰੀ ਜੀਵਾਂ ਦੇ ਸਿਰ ਉੱਪਰ ਪਾਪਾਂ ਦਾ ਬਹੁਤ ਅਸਹਿ ਭਾਰ ਚੜਿਆ ਹੋਇਆ ਹੈ। ਬੈਨ ਗੁਰ ਸਾਗਤ ਕਹੋ ਕੋ ਤਰਿਆ। ਇਹ ਭਾਈ ਦੱਸੋ ਖਾਂ ਭਲਾ, ਗੁਰੂ ਸਾਹਿਬ ਜੀ ਤੋਂ ਬਿਨਾਂ ਕਠੋਰ ਚਿੱਤ ਵਾਲਾ ਪਤਿਤ ਪੁਰਸ਼ ਕੌਣ ਤਰਿਆ? ਭਾਵ ਕੋਈ ਨਹੀਂ ਤਰਿਆ ਹੈ। ਹਉ ਮੈਂ ਕਰਤਾ ਭਵ ਜਲ ਪਰਿਆ। ਸਾਖਤ ਪੁਰਖ ਤਾਂ ਸਗੋਂ ਹੰਗਤਾ ਮਮਤਾ ਕਰਦਾ ਹੋਇਆ ਸੰਸਾਰ ਸਮੁੰਦਰ ਵਿੱਚ ਹੀ ਪਿਆ ਰਹਿੰਦਾ ਹੈ। ਬਿਨ ਗੁਰ ਪਾਰਨ ਪਾਵੈ ਕੋਈ। ਇਹ ਭਾਈ ਗੁਰੂ ਸਾਹਿਬ ਜੀ ਦੀ ਓਟ ਲਈ ਤੋਂ ਬਿਨਾਂ ਕੋਈ ਵੀ ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪ ਕਿਨਾਰੇ ਤੇ ਨਹੀਂ ਪੈ ਸਕਦਾ। ਹਰ ਜਪੀਐ ਪਾਰ ਉਤਾਰਾ ਹੈ। ਇਸ ਲਈ ਤੁਹਾਨੂੰ ਬੇਨਤੀ ਹੈ ਕਿ ਗੁਰਾਂ ਦੀ ਸ਼ਰਨ ਵਿੱਚ ਮਿਲ ਕੇ ਹਰੀ ਪਰਮੇਸ਼ਰ ਦਾ ਨਾਮ ਜਪਣਾ ਕਰੀਏ, ਤਾਂ ਹੀ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੁੰਦਾ ਹੈ। ਗੁਰ ਕੀ ਦਾਤ ਨ ਮੇਟੈ ਕੋਈ। ਇਹ ਭਾਈ ਗੁਰੂ ਦੀ ਬਖਸ਼ਿਸ਼ ਕੀਤੀ ਹੋਈ ਬ੍ਰਹਮ ਵਿਦਿਆ ਦੀ ਦਾਤ, ਪ੍ਰੇਮ ਦੀ ਦਾਤ, ਗਿਆਨ ਦੀ ਦਾਤ, ਰੋਜੀ ਆਦਿਕ ਦੀ ਦਾਤ ਨੂੰ
ਕੋਈ ਵੀ ਮੇਟ ਨਹੀਂ ਸਕਦਾ। ਜੈਸਾ ਬਖਸ਼ੇ ਤੈਸਾ ਤਾਰੇ ਸੋਈ। ਜਿਸ ਨੂੰ ਗੁਰੂ ਜੀ ਬਖਸ਼ ਲੈਂਦੇ ਨੇ ਤਿਸ ਨੂੰ ਉਹ ਪਰਮਾਤਮਾ ਤਾਰ ਲੈਂਦਾ ਹੈ। ਜਨਮ ਮਰਨ ਦੁਖ ਨੇੜ ਨ ਆਵੈ। ਫਿਰ ਉਸ ਪੁਰਖ ਦੇ ਜਨਮ ਮਰਨ ਦਾ ਦੁੱਖ ਕੋਲ ਨਹੀਂ ਆਉਂਦਾ। ਮਨ ਸੋ ਪ੍ਰਭ ਅਪਰ ਅਪਾਰਾ ਹੈ। ਹਿਰਦੇ ਵਿੱਚ ਉਹ ਬੇਅੰਤ ਤੋਂ ਬੇਅੰਤ ਪਰਮੇਸ਼ਰ ਵਸਦਾ ਹੈ, ਜਾਂ ਉਰੇ ਰਹਿਣ ਵਾਲੀ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਸਾਖਸ਼ਾਤ ਹੋ ਜਾਂਦਾ ਹੈ। ਗੁਰ ਤੇ ਭੁੱਲੇ ਆਵਹੁ ਜਾਵਹੁ। ਇਹ ਭਾਈ ਜੇਕਰ ਗੁਰਾਂ ਤੋਂ ਭੁੱਲੇ ਰਹੋਗੇ ਤਾਂ ਫਿਰ ਜੂਨਾਂ ਦੇ ਵਿੱਚ ਆਉਂਦੇ ਜਾਂਦੇ ਜੰਮਦੇ ਮਰਦੇ ਰਹੋਗੇ। ਜਨਮ ਮਰਹੁ ਫੁਨ ਪਾਪ ਕਮਾਵਹੁ। ਫਿਰ ਜੰਮਦੇ ਮਰਦੇ ਰਹੋਗੇ, ਫਿਰ ਪਾਪ ਕਮਾਓਗੇ ਤਾਂ ਫਿਰ ਜੰਮਣ ਮਰਨ ਦੇ ਗੇੜ ਦੇ ਵਿੱਚ ਪਏ ਰਹੋਗੇ। ਸਾਕਤ ਮੂੜ ਚੇਤਨ ਚੇਤਹ। ਕਠੋਰ ਚਿੱਤ ਵਾਲੇ ਪਾਪੀ ਪੁਰਖ ਮੂਰਖ ਅਤੇ ਅਚੇਤ ਜੜ ਮਤ ਵਾਲੇ ਨੇ ਜੋ ਪਰਮੇਸ਼ਰ ਨੂੰ ਯਾਦ ਨਹੀਂ ਕਰਦੇ। ਦੁਖ ਲਾਗੈ ਤਾਂ ਰਾਮ ਪੁਕਾਰਾ ਹੈ। ਜਦੋਂ ਕੋਈ ਸਰੀਰਕ ਜਾਂ ਮਾਨਸਿਕ ਦੁੱਖ ਲੱਗਦਾ ਹੈ, ਕਸ਼ਟ ਆਉਂਦਾ, ਤਦੋਂ ਹੀ ਉਹ ਪਰਮੇਸ਼ਰ ਨੂੰ ਪੁਕਾਰਦੇ ਨੇ ਕਿ ਹਾਏ ਰਾਮ ਹੁਣ ਬਚਾ ਲੈ ਇਤਿਆਦਿਕ। ਕਬੀਰ ਕਾਮ ਪਰੇ ਹਰ ਸਿਮਰੀਐ ਐਸਾ ਸਿਮਰੋ ਨਿਤ ਅਮਰਾਪੁਰ ਬਾਸਾ ਕਰੋ ਹਰ ਗਿਆ ਬਹੁ ਰਹਿ ਬਿਤ। ਸੁਖ ਦੁਖ ਪੁਰਬ ਜਨਮ ਕੇ ਕੀਏ। ਹੇ ਭਾਈ ਸੁੱਖ ਅਤੇ ਦੁੱਖ ਪੂਰਬਲੇ ਜਨਮਾਂ ਦੇ ਹੀ ਕੀਤੇ ਹੋਏ ਜੀਵ ਨੂੰ ਪ੍ਰਾਪਤ ਹੁੰਦੇ ਨੇ। ਜਿਸ ਤਰ੍ਹਾਂ ਪਾਤਸ਼ਾਹ ਦਾ ਬਚਨ ਹੈ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਅਸੀਂ ਪਰਮਾਤਮਾ ਨਾਲੋਂ ਆਪਦੇ ਕਰਮਾਂ ਕਰਕੇ ਵਿਛੜੇ ਹੋਏ ਹਾਂ। ਖੱਤਿਕ ਕਰਮ ਕਮਾਵਣ ਦੋਸ ਨਾ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜੋ ਵੀ ਸੁੱਖ ਅਤੇ ਦੁੱਖ ਹੈ ਇਹ ਪਿਛਲੇ ਕੀਤੇ ਹੋਏ ਪਾਪਾਂ ਕਰਕੇ ਪੁੰਨਾਂ ਕਰਕੇ ਪ੍ਰਾਪਤ ਹੋ ਰਹੇ ਹਨ। ਸੋ ਜਾਣੈ ਜਿਨ ਦਾਤ ਦੀਏ। ਇਹਨਾਂ ਨੂੰ ਉਹੀ ਪ੍ਰਮਾਤਮਾ ਜਾਣਦਾ ਜਿਸ ਦਾ ਤਾਰ ਪ੍ਰਮਾਤਮਾ ਨੇ ਇਹ ਦੇਣਾ ਕੀਤੇ ਹਨ। ਕੈਸ ਕਉ ਦੋਸ਼ ਦੇਹ ਤੂੰ ਪ੍ਰਾਣੀ। ਇਹ ਪ੍ਰਾਣਾਧਾਰੀ ਜੀਵ ਤੂੰ ਕਿਸ ਨੂੰ ਦੋਸ਼ ਦੇਣਾ ਕਰਦਾ ਹੈ। ਸਹੁ ਆਪਣਾ ਕੀਆ ਕਰਾਰਾ ਹੈ। ਤੂੰ ਆਪਣਾ ਹੀ ਕੀਤਾ ਹੋਇਆ ਕਰਮਾਂ ਦਾ ਫਲ ਕਰਾਰਾ ਸਖਤ ਤਕੜਾ ਹੋ ਕੇ ਸਹੁ ਸਹਾਰ ਨਾ ਕਰ, ਜਾਂ ਕੀਤੇ ਕਰਮਾਂ ਦਾ ਕਰੜਾ ਫਲ ਸਹਾਰ ਨਾ ਕਰ। ਦੱਦੈ ਦੋਸ ਨਾ ਦੇਉ ਕਿਸੈ ਦੋਸ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੈ ਅਵਰ ਜਨ। ਹਉਮੈ ਮਮਤਾ ਕਰਦਾ ਆਇਆ। ਤੂੰ ਹੰਗਤਾ ਦੇ ਮੈਂ ਮੇਰੀ ਕਰਦਾ ਹੋਇਆ ਅਨੇਕਾਂ ਜਨਮਾਂ ਦੇ ਵਿੱਚ ਆਇਆ ਹੈ। ਆਸਾ ਮਨਸਾ ਬੰਦ ਚਲਾਇਆ। ਪਰਮੇਸ਼ਰ ਇੱਛਾ ਤੇ ਵਾਸ਼ਨਾ ਵਿੱਚ ਬੰਨ੍ਹ ਕੇ ਤੈਨੂੰ ਜੂਨਾਂ ਦੇ ਵਿੱਚ ਤੋਰਨਾ ਕਰਦਾ ਹੈ, ਜਾਂ ਤੈਨੂੰ ਆਸਾ ਮਨਸਾ ਨੇ ਆਪਣੇ ਵਿੱਚ ਬੰਨ੍ਹ ਕੇ ਤੋਰਨਾ ਕੀਤਾ ਹੈ। ਦੀਰਘ ਕਾਲ ਤੱਕ ਇੱਕ ਪਦਾਰਥ ਦੀ ਇੱਛਾ ਬਣੀ ਰਹਿਣ ਨੂੰ ਆਸਾ ਕਹਿੰਦੇ ਨੇ, ਅਤੇ ਖਿਨ ਖਿਨ ਕਾਲ ਵਿੱਚ ਨਵੀਂ ਤੋਂ ਨਵੀਂ ਇੱਛਾ ਫੁਰਦੀ ਰਹਿਣ ਨੂੰ ਮਨਸਾ ਕਹਿੰਦੇ ਹਨ। ਮੇਰੀ ਮੇਰੀ ਕਰਤ ਕਿਆਲੇ ਚਾਲੇ। ਤੂੰ ਮੇਰੀ ਜਰ ਮੇਰੀ ਜੋਰੋ ਇਸ ਤਰ੍ਹਾਂ ਕਰਦਾ ਹੈ, ਪਰ ਪਰਲੋਕ ਨੂੰ ਕੀ ਨਾਲ ਲੈ ਕੇ ਚੱਲੇਗਾ? ਭਾਵ ਕੁਝ ਨਾਲ ਨਹੀਂ ਜਾਣਾ। ਬਿਖਲਾਦੇ ਸ਼ਾਰ ਬਿਕਾਰਾ ਹੈ। ਤੂੰ ਆਪਣੇ ਅੰਧੇ ਕਰਨ ਗੱਡੇ ਉੱਪਰ ਜ਼ਹਿਰ ਮਾਇਆ
ਤੇ ਵਿਕਾਰਾਂ ਦੀ ਸਵਾਹ ਲੱਦੀ ਬੈਠਾ ਹੈ। ਹਰ ਕੀ ਭਗਤਾ ਕਰਹੁ ਜਨ ਭਾਈ। ਇਹ ਭਰਾਤਾ ਜਨੋ ਤੁਸੀਂ ਹਰੀ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰੋ। ਅਕਥ ਕਥਹੁ ਮਨ ਮਨ ਹੈ ਸਮਾਈ। ਸ਼ਕਤੀ ਬਿਰਤੀ ਦੁਆਰਾ ਕਥਨ ਤੋਂ ਰਹਿਤ ਸਰੂਪ ਪ੍ਰਭੂ ਨੂੰ ਲਖਣਾ ਬਿਰਤੀ ਗੁਰਾਂ ਦੁਆਰਾ ਕਥਨ ਕਰੋ। ਇਸ ਤਰ੍ਹਾਂ ਅਸ਼ੁੱਧ ਮਨ ਦੀਆਂ ਵਾਸ਼ਨਾਵਾਂ ਸ਼ੁੱਧ ਮਨ ਵਿੱਚ ਸਮਾ ਜਾਂਦੀਆਂ, ਲੀਨ ਹੋ ਜਾਂਦੀਆਂ ਹਨ। ਉਠ ਚਲਤਾ ਠਾਕ ਰਖੋ ਘਰ ਆਪਣਾ। ਜੋ ਮਨ ਪਦਾਰਥਾਂ ਜਾਂ ਸੰਕਲਪਾਂ ਵਿਕਲਪਾਂ ਵੱਲ ਉੱਠ ਕੇ ਚੱਲਦਾ ਰਹਿੰਦਾ ਹੈ, ਉਸ ਨੂੰ ਰੋਕ ਕੇ ਆਪਦੇ ਸਰੂਪ ਰੂਪੀ ਘਰ ਵਿੱਚ ਅਸਥਿਤ ਕਰਕੇ ਰੱਖਣਾ ਕਰੋ। ਦੁੱਖ ਕਾਟੇ ਕਾਟਨ ਹਾਰਾ ਹੈ। ਫਿਰ ਦੁੱਖਾਂ ਨੂੰ ਕੱਟਣ ਵਾਲਾ ਪਰਮਾਤਮਾ ਸਾਰੇ ਦੁੱਖ ਤੁਹਾਡੇ ਕੱਟ ਦੇਵੇਗਾ। ਹਾਰ ਗੁਰ ਪੂਰੇ ਕੀ ਓਟ ਪਰਾਤੀ। ਜਿਸ ਨੇ ਹਰੀ ਪਰਮੇਸ਼ਰ ਸਰੂਪ ਪੂਰਨ ਗੁਰੂ ਦੀ ਓਟ ਸ਼ਰਨ ਪਹਿਚਾਣੀ ਪ੍ਰਾਪਤ ਕੀਤੀ ਹੈ। ਗੁਰਮੁਖ ਹਰ ਲਵ ਗੁਰਮੁਖ ਜਾਤੀ। ਉਸ ਗੁਰਮੁਖ ਨੇ ਹਰੀ ਪਰਮੇਸ਼ਰ ਵਿੱਚ ਬਿਰਤੀ ਲਾਉਣਾ ਕੀਤੀ ਹੈ, ਪ੍ਰੀਤੀ ਲਾਉਣਾ ਕੀਤੀ ਹੈ। ਮੁਖੀ ਗੁਰਾਂ ਦੁਆਰਾ ਉਹਨੇ ਪ੍ਰੀਤੀ ਲਾਉਣੀ ਜਾਣ ਲਈ ਹੈ। ਨਾਨਕ ਰਾਮ ਨਾਮ ਮਤਿ ਉਤਮ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਨੇ ਕਿ ਰਮੇ ਪਰਮੇਸ਼ਰ ਦੇ ਨਾਮ ਦੇ ਵਿੱਚ ਲੱਗਣ ਕਰਕੇ ਉਸ ਗੁਰਮੁਖ ਦੀ ਬੁੱਧੀ ਸ੍ਰੇਸ਼ਟ ਹੋ ਜਾਂਦੀ ਹੈ। ਹਰ ਬਖਸ਼ੇ ਪਾਰੇ ਉਤਾਰਾ ਹੈ। ਹਰੀ ਪਰਮੇਸ਼ਰ ਨੇ ਉਸ ਦੇ ਗੁਨਾਹ ਬਖਸ਼ ਕੇ ਨਾਮ ਦੀ ਦਾਤ ਬਖਸ਼ ਕੇ ਉਸ ਨੂੰ ਸੰਸਾਰ ਸਮੁੰਦਰ ਤੋਂ ਪਾਰ ਉਤਾਰਿਆ ਹੈ। ਮਾਰੂ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਮਾਰੂ ਰਾਗ ਵਿੱਚ ਸ਼ੋਭਾਮਨ ਉਪਦੇਸ਼ ਬਖਸ਼ਦੇ ਹਨ। ਸਰਨ ਪਾਰੇ ਗੁਰਦੇਵ ਤੁਮਾਰੀ। ਹੇ ਵੱਡੇ ਤੇ ਪ੍ਰਕਾਸ਼ ਰੂਪ ਹਰੀ, ਅਸੀਂ ਤੁਹਾਡੀ ਓਟ ਵਿੱਚ ਪਏ ਹਾਂ। ਤੂੰ ਸਮਰਾਥਾ ਦਿਆਲ ਮੁਰਾਰੀ। ਇਹ ਮੋਹਰਾਦਿਕ ਦੈਂਤਾਂ ਦਾ ਨਾਸ਼ ਕਰਨ ਵਾਲੀ ਦਇਆ ਦੇ ਘਰ ਪਰਮਾਤਮਾ ਤੂੰ ਸਰਵ ਸ਼ਕਤੀਮਾਨ ਹੈ। ਤੇਰੇ ਚੋਜ ਨ ਜਾਣੈ ਕੋਈ। ਤੇਰੇ ਕੌਤਕਾਂ ਨੂੰ ਕੋਈ ਵੀ ਨਹੀਂ ਜਾਣ ਸਕਦਾ। ਤੂੰ ਪੁਰਖ ਤੂੰ ਪੂਰਾ ਪੁਰਖ ਵਿਧਾਤਾ ਹੈ। ਤੂੰ ਪੂਰਨ ਪੁਰਖ ਵਿਆਪਕ ਅਤੇ ਫਲ ਪ੍ਰਦਾਤਾ ਹੈ। ਤੂੰ ਆਦ ਜੁਗਾਦ ਕਰਹਿ ਪ੍ਰਤਪਾਲਾ। ਤੂੰ ਸਦਾ ਸਦਾ ਜਗਤ ਦੇ ਆਦ ਵਿੱਚ ਅਧਿਸ਼ਟਾਨ ਸਰੂਪ ਹੈ, ਜੁਗਾਂ ਆਦਿਕਾਂ ਦੇ ਵਿੱਚ ਵੀ ਵਿਆਪਕ ਹੈ ਅਤੇ ਸਾਰਿਆਂ ਦੇ ਤਾਈਂ ਪਾਲਣਾ ਕਰਦਾ ਹੈ। ਘਟ ਘਟ ਰੂਪ ਅਨੂਪ ਦਿਆਲਾ। ਹੇ ਉਪਮਾ ਤੋਂ ਰਹਿਤ ਕਿਰਪਾਲੂ ਪ੍ਰਭੂ, ਘਟਾਂ ਘਟਾਂ ਵਿੱਚ ਜੋ ਦਿਸੈ ਸੋ ਤੇਰਾ ਰੂਪ, ਤੇਰਾ ਹੀ ਰੂਪ ਵਿਆਪਕ ਹੈ। ਜਾਂ ਹੇ ਦਿਆਲੂ ਪ੍ਰਭੂ, ਤੂੰ ਸਰੀਰਾਂ ਸਰੀਰਾਂ ਦੇ ਉਪਮਾ ਤੋਂ ਰਹਿਤ ਬਣਾਏ ਹੋਏ ਜੋ ਵੀ ਆਕਾਰ ਨੇ ਉਹਨਾਂ 'ਚ ਨਿਵਾਸ ਕਰਦਾ ਹੈ। ਜੋ ਤੁਧ ਪਾਵੈ ਤਿਵੈ ਚਲਾਵਹਿ। ਸਰਬੀ ਰੰਗੀ ਰੂਪੀ ਤੂੰ ਹੈ ਤਿਸ ਬਖਸ਼ੇ ਜਿਸ ਨਦਰ ਕਰੇ। ਸਾਰੇ ਰੂਪਾਂ ਰੰਗਾਂ 'ਚ ਤੂੰ ਹੀ ਵਸ ਰਿਹਾ। ਜਿਵੇਂ ਤੈਨੂੰ ਭਾਉਂਦਾ ਤਿਵੇਂ ਹੀ ਸੰਸਾਰ ਦੀ ਕਾਰ ਨੂੰ ਚਲਾਉਣਾ ਕਰਦਾ ਹੈ। ਸਭ ਤੇਰੋ ਕੀਆ ਕਮਾਤਾ ਹੈ। ਸਾਰੇ ਜੀਵ ਤੇਰਾ ਕੀਤਾ ਹੋਇਆ ਕਮਾਉਂਦੇ ਨੇ। ਜੋ ਤੂੰ ਹੁਕਮ ਕਰਦਾ ਉਹੀ ਸਭ ਸੰਸਾਰ ਕਮਾਉਣਾ ਕਰਦਾ ਹੈ। ਅੰਤਰ ਜੋਤ ਭਲੀ ਜਗ ਜੀਵਨ। ਇਹ ਜਗਤ ਦੇ ਜੀਵਨ ਰੂਪ ਪਰਮਾਤਮਾ ਸਭ ਜੀਵਾਂ ਦੇ ਅੰਦਰ ਹਿਰਦੇ ਦੇ ਵਿੱਚ ਭਲੀ ਪ੍ਰਕਾਰ ਤੇਰੀ ਹੀ ਪ੍ਰਕਾਸ਼ ਜਾਂ ਚੇਤਨ ਸੱਤਾ ਰੂਪੀ ਜੋਤ ਚਮਕ ਰਹੀ ਹੈ। ਸਭ ਕਟ ਭੋਗੈ ਹਰ ਰਸ ਪੀਵਨ। ਸਾਰੇ ਸਰੀਰਾਂ ਵਿੱਚ ਤੂੰ ਹੀ ਭਗਤ ਭੋਗਤਾ ਹੋ ਕੇ ਭੋਗਾਂ ਨੂੰ ਭੋਗਦਾ ਹੈ।
ਅਤੇ ਜਗਿਆਸੂ ਰੂਪ ਹੋ ਕੇ ਹਰੀ ਦੇ ਨਾਮ ਰਸ ਨੂੰ ਪੀਣਾ ਕਰਦਾ ਹੈ। ਆਪੇ ਲੇਵੈ ਆਪੇ ਦੇਵੈ, ਤੂੰ ਆਪ ਹੀ ਈਸ਼ਰ ਰੂਪ ਹੋ ਕੇ ਦਾਤ ਦਿੰਦਾ ਹੈ ਅਤੇ ਜੀਵ ਰੂਪ ਹੋ ਕੇ ਦਾਤ ਲੈਂਦਾ ਵੀ ਤੂੰ ਹੀ ਹੈ। ਇਸੇ ਪ੍ਰਕਾਰ ਆਪੇ ਲੇਵੈ ਆਪੇ ਦੇਵੈ, ਗੁਰੂ ਰੂਪ ਹੋ ਕੇ ਉਪਦੇਸ਼ ਦੇਣਾ ਕਰਦਾ ਹੈ ਅਤੇ ਜਗਿਆਸੂ ਰੂਪ ਹੋ ਕੇ ਉਪਦੇਸ਼ ਲੈਣਾ ਕਰਦਾ ਹੈ। ਤਿਹੋ ਲੋਈ ਜਗਤ ਪਿਤ ਦਾਤਾ ਹੈ, ਤਿੰਨਾਂ ਲੋਕਾਂ ਵਾਲੇ ਸੰਸਾਰ ਦਾ ਪਿਤਾ ਤੇ ਰੋਜੀ ਦਾ ਦਾਤਾ ਹੈ, ਜਾਂ ਤਿੰਨੇ ਜਾਗਰਤ ਸੁਪਨ ਸੁਖੋਭਤ ਅਵਸਥਾ ਦਾ ਪ੍ਰਕਾਸ਼ਕ ਸਾਖੀ ਰੂਪ ਹੈ। ਜਗਤ ਦਾ ਪਿਤਾ ਤੇ ਸਭ ਨੂੰ ਦਾਤ ਦੇਣ ਵਾਲਾ ਹੈ। ਜਗਤ ਉਪਾਈ ਖੇਲ ਰਚਾਇਆ, ਸਾਰੇ ਜਗਤ ਨੂੰ ਪੈਦਾ ਕਰਕੇ ਇੱਕ ਖੇਲ ਰਚਾਉਣਾ ਕੀਤਾ ਹੈ। ਪਵਨ ਪਾਣੀ ਅਗਣੀ ਜੀਉ ਪਾਇਆ, ਹਵਾ ਪਾਣੀ ਅੱਗ ਆਦਿਕ ਪੰਜਾਂ ਵਿਰੋਧੀ ਤੱਤਾਂ ਨੂੰ ਮੇਲ ਕੇ ਭਾਵ ਸਰੀਰ ਰਜ ਕੇ ਵੇ ਜੀਵਾਤਮਾ ਬੋਣਾ ਕੀਤਾ ਹੈ। ਜਾਂ ਹਵਾ ਵਿੱਚ ਜੀਵ ਪਾਇਆ ਤਾਂ ਸਭ ਦੇ ਸਵਾਸ ਰੂਪ ਬਣੀ ਹੈ। ਪਾਣੀ ਵਿੱਚ ਜੀਵ ਪਾਇਆ ਤਾਂ ਸਭ ਦੀ ਉਤਪਤੀ ਹੋ ਰਹੀ ਹੈ। ਅੱਗ ਵਿੱਚ ਜੀਵ ਪਾਇਆ ਤਾਂ ਹੀ ਸਭ ਖੁਰਾਕ ਨੂੰ ਹਜ਼ਮ ਕਰਨ ਵਾਲੀ ਬਣੀ ਹੋਈ ਹੈ। ਜਾਂ ਪਾਉਣ ਤੋਂ ਭਾਵ ਰਜੋ ਗੁਣ, ਪਾਣੀ ਤੋਂ ਭਾਵ ਸਤੋ ਗੁਣ ਤੇ ਅਗਨੀ ਤੋਂ ਭਾਵ ਤਮੋ ਗੁਣ ਵਿੱਚ ਜੀਵ ਨੂੰ ਪਾਉਣਾ ਕੀਤਾ ਹੈ। ਦੇਹ ਨਗਰੀ ਨੌ ਦਰਵਾਜੇ, ਇਸ ਸਰੀਰ ਰੂਪ ਨਗਰੀ ਨੂੰ ਬਣਾ ਕੇ ਇਹਦੇ 9 ਗੋਲਕਾਂ ਰੂਪ 9 ਦਰਵਾਜ਼ੇ ਪ੍ਰਗਟ ਕਰਕੇ ਲਾ ਦਿੱਤੇ ਨੇ। 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਹਾਇਆ। ਸੋ 10ਵਾਂ ਗੁਪਤ ਰਹਾਤਾ ਹੈ, ਉਹ ਤੇਰੀ ਪ੍ਰਾਪਤੀ ਵਾਲਾ 10ਵਾਂ ਦੁਆਰ ਲੁਕੋ ਕੇ ਰੱਖ ਦਿੱਤਾ। ਜਾਂ ਸੋ ਆਪ ਤਤਪਦ ਲਖਰਤ ਰੂਪ ਹੋ ਕੇ 10ਵੇਂ ਦੁਆਰ ਵਿੱਚ ਗੁਪਤ ਰਹਿੰਦਾ ਹੈ। ਚਾਰ ਨਦੀ ਅਗਨੀ ਅਸਰਾਲਾ, ਹਿੰਸਾ ਮੋਹ ਲੋਭ ਅਤੇ ਕ੍ਰੋਧ ਰੂਪ 4 ਅੱਗ ਦੀਆਂ ਨਦੀਆਂ ਬਹੁਤ ਹੀ ਭਿਆਨਕ ਹਨ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵਹਿ ਦਜਹਿ ਨਾਨਕਾ ਤਰੀਐ ਕਰਮੀ ਲੱਗ। ਕੋਈ ਗੁਰਮੁਖ ਬੂਝੈ ਸ਼ਬਦ ਨਿਰਾਲਾ, ਕੋਈ ਗੁਰਮੁਖ ਜਨ ਹੀ ਗੁਰਾਂ ਦੀ ਉਪਦੇਸ਼ ਨੂੰ ਸਮਝ ਕੇ ਇਹਨਾਂ ਅੱਗ ਦੀਆਂ ਨਦੀਆਂ ਤੋਂ ਅਸੰਗ ਰਹਿੰਦਾ ਹੈ। ਜਾਂ ਕੋਈ ਗੁਰਮੁਖ ਹੀ ਸੰਸਾਰ ਤੋਂ ਨਿਰਾਲਾ ਹੋ ਕੇ ਗੁਰ ਸ਼ਬਦ ਦੁਆਰਾ ਹਰੀ ਨੂੰ ਬੁੱਝਦਾ ਹੈ। ਸਾਗਤ ਦੁਰਮਤ ਡੂਬਹਿ ਦਾਜਹਿ, ਕਠੋਰ ਚਿੱਤ ਤੇ ਖੋਟੀ ਮੱਤ ਵਾਲੇ ਪਤਿਤ ਪੁਰਸ਼ ਪਦਾਰਥਾਂ ਨੂੰ ਪਾਣੀ 'ਚ ਡੁੱਬੇ ਰਹਿੰਦੇ ਨੇ ਅਤੇ ਤ੍ਰਿਸ਼ਨਾ ਹਿੰਸਾ ਮੋਹ ਲੋਭ ਤੇ ਕ੍ਰੋਧ ਦੀ ਅਗਨੀ ਵਿੱਚ ਸੜਦੇ ਰਹਿੰਦੇ ਹਨ। ਗੁਰ ਰਾਖੇ ਹਰ ਲਿਵ ਰਤਾ ਹੈ, ਇਹ ਹਰੀ ਜੋ ਤੇਰੇ ਵਿੱਚ ਆਪਣੀ ਬਿਰਤੀ ਲਾ ਕੇ ਰੰਗਿਆ ਹੋਇਆ ਹੈ, ਉਸ ਨੂੰ ਗੁਰੂ ਸਾਹਿਬ ਜੀ ਨੇ ਇਹਨਾਂ ਨਦੀਆਂ ਵਿੱਚ ਪੈਣ ਤੋਂ ਰੱਖ ਲਿਆ ਹੈ। ਆਪ ਤੇਜ ਵਾਏ ਪ੍ਰਥਮੀ ਆਕਾਸਾ, ਜੋ ਪਾਣੀ ਅੱਗ ਹਵਾ ਧਰਤੀ ਅਤੇ ਆਕਾਸ਼ ਆਦਿਕ 5 ਤੱਤ ਨੇ। ਮਹਾਰਾਜ ਫਰਮਾਉਂਦੇ ਹਨ, ਤੈਨ ਮਹਿ ਪੰਚ ਤਤ ਘਰ ਵਾਸਾ, ਤਿੰਨਾਂ 5 ਤੱਤਾਂ ਵਿੱਚ ਸੰਸਾਰ ਰੂਪੀ ਘਰ ਅੰਦਰ ਜੀਵ ਦਾ ਨਿਵਾਸ ਕੀਤਾ ਹੈ। ਜਾਂ ਉਹਨਾਂ 5 ਸੂਖਮ ਤੱਤਾਂ ਤੋਂ ਸੂਖਮ ਸਰੀਰ ਅਤੇ ਅਸਤੂਲ ਤੱਤਾਂ ਤੋਂ ਅਸਤੂਲ ਸਰੀਰ ਰੂਪ ਘਰ ਬਣਾ ਕੇ ਵਿੱਚ ਆ ਵਸਣਾ ਕੀਤਾ ਹੈ। ਸਤਿਗੁਰ ਸ਼ਬਦ ਰਹਿ ਰੰਗ ਰਤਾ, ਜੋ ਜੀਵ ਸਤਿਗੁਰਾਂ ਦੀ ਉਪਦੇਸ਼ ਦੀ ਕਮਾਈ ਕਰਕੇ ਪ੍ਰੇਮ ਰੰਗ ਨਾਮ ਰੰਗ 'ਚ ਰੰਗਿਆ ਰਹਿੰਦਾ ਹੈ। ਤਜ ਮਾਇਆ ਹਉਮੈ ਭਰਾਤਾ ਹੈ, ਉਹ ਮਾਇਆ ਦੀ ਹੰਗਤਾ ਮਮਤਾ ਅਤੇ ਭ੍ਰਾਂਤੀ ਨੂੰ ਛੱਡ ਕੇ ਆਨੰਦ ਦੇ ਸਹਿਤ ਰਹਿੰਦਾ ਹੈ। ਇਹੋ ਮਨ ਪੀਜੈ ਸ਼ਬਦ ਪਤੀਜੈ, ਇਹ ਮਨ ਪ੍ਰਭੂ ਵਿੱਚ ਤਾਂ ਭਿੱਜਦਾ ਹੈ ਜੇਕਰ ਗੁਰਾਂ ਦੀ ਉਪਦੇਸ਼ ਵਿੱਚ
ਪਤੀਜ ਜਾਵੇ ਭਰੋਸਾ ਕਰੇ। ਬਿਨ ਨਾਵੈ ਕਿਆ ਟਿਕਟ ਖੀਜੈ। ਪਰਮੇਸ਼ਰ ਦੇ ਨਾਮ ਤੋਂ ਬਿਨਾ ਹੋਰ ਦੇਵੀ ਦੇਵਤਿਆਂ ਦੀ ਕੀ ਓਟ ਟਿਕਾਉਣੀ ਰੱਖਣੀ ਹੈ। ਅੰਤਰ ਚੋਰ ਮੋਹਿ ਕਰ ਮੰਦਰ। ਇਹ ਸਰੀਰ ਰੂਪੀ ਮੰਦਰ ਦੇ ਹਿਰਦੇ ਰੂਪੀ ਘਰ ਵਿੱਚ ਕਾਮ ਕ੍ਰੋਧ ਰੂਪ ਚੋਰ ਸ਼ੁਭ ਗੁਣਾਂ ਨੂੰ ਲੁੱਟ ਰਹੇ ਹਨ। ਇਨ ਸਾਕਤ ਦੂਤ ਨ ਜਾਤਾ ਹੈ। ਇਹ ਸਾਖਤ ਕਠੋਰ ਚਿੱਤ ਵਾਲੇ ਪੁਰਸ਼ ਨੇ ਉਹਨਾਂ ਕਾਮ ਆਦਿਕ ਵੈਰੀਆਂ ਨੂੰ ਜਾਣਨਾ ਨਹੀਂ ਕੀਤਾ। ਦੁੰਦਰ ਦੂਤ ਭੂਤ ਪਿਹਾਲੇ। ਕਾਮ ਕ੍ਰੋਧ ਰੂਪ ਵੈਰੀ ਰਾਗ ਦਵੈਖ ਰੂਪ ਝਗੜਾ ਪਾਉਣ ਵਾਲੇ ਹਨ। ਖਿੰਚੋ ਤਾਨ ਕਰਹਿ ਬੇਤਾਲੇ। ਅਤੇ ਪ੍ਰੇਤਾਂ ਦੀ ਤਰ੍ਹਾਂ ਭਿਆਨਕ ਹਨ। ਉਹ ਸਾਰੇ ਵਿਸ਼ੇ ਆਪੋ ਆਪਣੀ ਤਰਫ ਖਿੱਚਣਾ ਕਰਦੇ ਨੇ, ਜਿਸ ਕਰਕੇ ਜੀਵ ਭੂਤਨਿਆਂ ਦੀ ਤਰ੍ਹਾਂ ਹੋ ਰਹੇ ਨੇ ਜਾਂ ਸਰੂਰ ਰੂਪੀ ਤਾਲ ਤੋਂ ਰਹਿਤ ਹੋ ਰਹੇ ਹਨ। ਸ਼ਬਦ ਸੁਰਤ ਬਿਨ ਆਵੈ ਜਾਵੈ। ਗੁਰੂ ਸਾਹਿਬ ਜੀ ਦੇ ਉਪਦੇਸ਼ ਬ੍ਰਹਮ ਵਿੱਚ ਚਿੱਤ ਦੀ ਬਿਰਤੀ ਟਿਕਾਉਣ ਤੋਂ ਬਿਨਾਂ ਸਾਖਤ ਪੁਰਖ ਜੂਨਾਂ ਵਿੱਚ ਆਉਂਦਾ ਤੇ ਜਾਂਦਾ ਰਹਿੰਦਾ ਹੈ। ਪਤ ਖੋਈ ਆਵਤ ਜਾਤਾ ਹੈ। ਇਸ ਆਉਣ ਤੇ ਜਾਣ ਵਿੱਚ ਉਸਨੇ ਆਪਣੀ ਇੱਜ਼ਤ ਹੀ ਗਵਾ ਲਈ ਹੈ। ਪੂਰ ਕਲਰ ਤਨ ਭਸਮੈ ਢੇਰੀ। ਇਹ ਜੀਵ ਤੂੰ ਆਪਣੀ ਅਮੋਲਕ ਜ਼ਿੰਦਗੀ ਵਿੱਚ ਝੂਠ ਰੂਪੀ ਕਲਰ ਹੀ ਸਿਰ ਉੱਪਰ ਚੁੱਕਿਆ ਹੋਇਆ ਹੈ। ਅੰਤ ਨੂੰ ਇਹ ਸਰੀਰ ਸਵਾਹ ਦੀ ਢੇਰੀ ਹੋ ਜਾਣਾ ਹੈ। ਬਿਨ ਨਾਵੈ ਕੈਸੀ ਪਤ ਤੇਰੀ। ਪਰਮੇਸ਼ਰ ਦੇ ਨਾਮ ਤੋਂ ਬਿਨਾ ਤੇਰੀ ਕਿਹੋ ਜਿਹੀ ਇੱਜ਼ਤ ਹੋਵੇਗੀ। ਭਾਵ ਤੇਰੀ ਕੋਈ ਇੱਜ਼ਤ ਨਹੀਂ ਰਹੇਗੀ। ਆਬਾਦੇ ਮੁਗਤ ਨਹੀਂ ਜੁਗ ਚਾਰੇ। ਚੌਹਾਂ ਯੁੱਗਾਂ ਦੇ ਵਿੱਚ ਮੋਹ ਦੀ ਫਾਹੀ ਅੰਦਰ ਬੰਨੇ ਹੋਏ ਦੀ ਮੁਕਤੀ ਕਲਿਆਣ ਨਹੀਂ ਹੋਵੇਗੀ। ਜਮ ਕੰਕਰ ਕਾਲ ਪਰਾਤਾ ਹੈ। ਸੋ ਧਰਮਰਾਜ ਦੇ ਦੂਤਾਂ ਨੇ ਤੇਰੇ ਮਾਰਨ ਦਾ ਸਮਾਂ ਪਹਿਚਾਣਿਆ ਹੋਇਆ, ਜਾਂ ਜਮ ਦੇ ਦਾਸ ਕਾਲ ਨੇ ਆਪਣਾ ਖਾਜਾ ਪਹਿਚਾਣਿਆ ਹੋਇਆ ਹੈ। ਜਮਦਰ ਬਾਦੇ ਮਿਲੈ ਸਜਾਈ। ਫਿਰ ਧਰਮਰਾਜੇ ਦੇ ਦੁਆਰੇ ਤੇ ਬੰਨੇ ਹੋਏ ਨੂੰ ਸਜ਼ਾਵਾਂ ਮਿਲਣਗੀਆਂ। ਤਿਸ ਅਪਰਾਧੀ ਗਤ ਨਹੀਂ ਕਾਈ। ਇਸ ਪ੍ਰਕਾਰ ਜੋ ਗੁਨਾਹਗਾਰ ਹੈ ਉਸ ਦੀ ਕੋਈ ਵੀ ਮੁਕਤੀ ਨਹੀਂ ਹੋਣੀ। ਅਪਰਾਧੀ ਆਪ ਹੋਰਨਾਂ ਦੇਵੀ ਦੇਵਤਿਆਂ ਨੂੰ ਆਰਾਧਨ ਵਾਲੇ ਦੀ ਉਸ ਧਰਮਰਾਜੇ ਦੇ ਦਰ ਤੇ ਕੋਈ ਵੀ ਸ਼ੁਭ ਗਤੀ ਨਹੀਂ ਹੋਵੇਗੀ। ਭਾਵ ਆਨੰਦ ਸਜਾਵਾਂ ਮਿਲਣਗੀਆਂ। ਕਾਰਨ ਬਲਾਵ ਕਰੇ ਬਿਲ ਲਾਵੈ। ਉਹ ਜੀਵ ਤਰਲੇ ਕੀਰਨੇ ਪਾਉਣਾ ਕਰਦਾ ਜਾਂ ਪੁਲਾਵ ਯਤਨ ਕਰਦਾ ਹੋਇਆ ਇਉਂ ਮਿਲਾਪ ਕਰਦਾ ਹੈ। ਜਿਉ ਕੁੰਡੀ ਮੀਨ ਪਰਾਤਾ ਹੈ। ਜਿਵੇਂ ਕੁੰਡੀ 'ਚ ਮੱਛ ਫਸਿਆ ਹੋਇਆ ਦੁਖੀ ਹੁੰਦਾ ਹੈ, ਇਉਂ ਹੀ ਮਾਇਆ ਦੀ ਮੋਹ ਰੂਪ ਕੁੰਡੀ ਵਿੱਚ ਜੀਵ ਰੂਪ ਮੱਛ ਫਸ ਕੇ ਦੁਖੀ ਹੁੰਦਾ ਹੈ। ਸਾਗਤ ਫਾਸੀ ਪੜੈ ਅਕੇਲਾ। ਕਠੋਰ ਚਿੱਤ ਵਾਲਾ ਪਤਿਤ ਪੁਰਖ ਇਕੱਲਾ ਆਪ ਹੀ ਮੌਤ ਦੀ ਫਾਹੀ ਵਿੱਚ ਪਵੇਗਾ। ਭਵ ਦੀ ਸਹਾਇਤਾ ਲਈ ਕੋਈ ਸੰਗੀ ਸਾਥੀ ਨਹੀਂ ਹੋਵੇਗਾ। ਸੰਗ ਨਾ ਸਾਥੀ ਗਮਨ ਅਕੇਲਾ, ਇਕੱਲੇ ਨੂੰ ਜਾਣਾ ਪਵੇਗਾ। ਵਸ ਕੀਆ ਅੰਦਦ ਹਿਲਾ। ਉਸ ਸਮੇਂ ਜਮਾਂ ਦਾ ਅਧੀਨ ਕੀਤਾ ਹੋਇਆ ਅਗਿਆਨੀ ਜੀਵ ਦੁਖੀ ਹੁੰਦਾ ਹੈ। ਰਾਮ ਨਾਮ ਬਿਨ ਮੁਕਤ ਨ ਸੂਝੈ। ਪਰਮੇਸ਼ਰ ਦੇ ਨਾਮ ਤੋਂ ਬਿਨਾ ਮੁਕਤੀ ਨਹੀਂ ਸੁਝਦੀ ਹੈ। ਆਜ ਕਾਲ ਪਚ ਜਾਤਾ ਹੈ। ਅੱਜ ਕੱਲ ਕਰਦਿਆਂ ਕਾਲ ਵਿਆਪ, ਅੱਜ ਕੱਲ ਕਰਦਿਆਂ ਨਰਕਾਂ ਦੀ ਅੱਗ ਵਿੱਚ ਸੜ ਜਾਂਦਾ ਹੈ। ਸਤਿਗੁਰ ਬਾਜਨ ਬੇਲੀ ਕੋਈ। ਸਤਿਗੁਰੂ ਸਾਹਿਬ ਜੀ ਤੋਂ ਬਿਨਾ ਕੋਈ ਵੀ ਲੋਕ ਪਰਲੋਕ ਵਿੱਚ ਮਿੱਤਰ ਸਹਾਇਕ ਨਹੀਂ ਹੈ। ਇੱਥੈ ਉਥੈ ਰਾਖਾ ਪ੍ਰਭ ਸੋਈ। ਇਸ ਲੋਕ ਵਿੱਚ ਤੇ ਪਰਲੋਕ ਦੇ ਵਿੱਚ ਉਹੀ ਪਰਮੇਸ਼ਰ ਸਰੂਪ ਗੁਰੂ ਹੀ ਰੱਖਿਆ ਕਰਨ ਵਾਲਾ ਹੈ। ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭਉ
ਕਿਹਾ ਕਾੜਾ ਜੀਓ, ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ। ਰਾਮ ਨਾਮ ਦੇਵੈ ਕਰ ਕਿਰਪਾ, ਗੁਰੂ ਆਪਣੀ ਕਿਰਪਾ ਮਿਹਰ ਕਰਕੇ ਰਮੇ ਪਰਮੇਸ਼ਰ ਦਾ ਨਾਮ ਦੇਣਾ ਕਰਦਾ ਹੈ। ਸਿੱਖ ਨੂੰ ਗੁਰ ਕੀ ਸਿੱਖ ਕੋ ਵਿਰਲਾ ਲੇਵੈ, ਪਰ ਲੈਂਦਾ ਕੋਈ ਵਿਰਲਾ ਹੀ ਹੈ। ਆਓ ਸਲੈ ਸਰਲ ਮਿਲਾਤਾ ਹੈ, ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ, ਇਵੇਂ ਗੁਰੂ ਨਾਮ ਦੇ ਕੇ ਨਾਮੀ ਪ੍ਰਭੂ ਦੇ ਵਿੱਚ ਮੇਲ ਦਿੰਦਾ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਮਨ ਪਾਈ ਬਿਸਰਾਮ, ਨਾਨਕ ਪ੍ਰਭ ਕੈ ਸਤਿਗੁਰ ਬਾਣ। ਭੂਲੇ ਸਿੱਖਾ ਗੁਰੂ ਸਮਝਾਏ, ਪਰਮੇਸ਼ਰ ਵੱਲੋਂ ਭੁੱਲੇ ਹੋਏ ਸਿੱਖ ਨੂੰ ਗੁਰੂ ਹੀ ਸਮਝਾਉਂਦਾ ਹੈ। ਜੜ ਜਾਂਦੇ ਮਾਰਗ ਪਾਏ, ਸੰਸਾਰ ਰੂਪ ਉਜਾੜ ਵਿੱਚ ਜਾਂਦੇ ਨੂੰ ਭਗਤੀ ਸਹਿਤ ਗਿਆਨ ਦੇ ਰਸਤੇ ਵਿੱਚ ਗੁਰੂ ਸਾਹਿਬ ਆਪ ਹੀ ਪਾਉਂਦਾ ਹੈ। ਤਿਸ ਗੁਰ ਸੇਵ ਸਦਾ ਦਿਨ ਰਾਤੀ, ਇਸ ਲਈ हे ਮੇਰੇ ਭਰਾਵੋ, ਤਿਸ ਸਮਰੱਥ ਗੁਰੂ ਨੂੰ ਦਿਨੇ ਵੀ ਸੇਵਾ ਕਰੋ, ਉਹਨਾਂ ਦੀ ਰਾਤ ਨੂੰ ਵੀ ਹਮੇਸ਼ਾ ਸੇਵਾ ਕਰੋ। ਗੁਰੂ ਨੂੰ ਦਿਨ ਰਾਤ ਸੇਵਨਾ ਕਰੋ, ਉਹਦਾ ਸਿਮਰਨ ਕਰੋ। ਦੁਖ ਭੰਜਨ ਸੰਗ ਸਖਾਤਾ ਹੈ, ਜੋ ਜੰਮਣ ਮਰਨ ਦੇ ਦੁੱਖ ਕਸ਼ਟ ਨੂੰ ਨਾਸ਼ ਕਰਦਾ ਹੈ ਅਤੇ ਇਸ ਲੋਕ ਵਿੱਚ ਵਿਕਾਰਾਂ ਤੋਂ ਬਚਾਉਣ ਵਾਲਾ ਸੰਗੀ ਤੇ ਪਰਲੋਕ ਵਿੱਚ ਯਮਾਂ ਤੋਂ ਰੱਖਿਆ ਕਰਨ ਵਾਲਾ ਸਖਾ ਹੈ। ਗੁਰ ਕੀ ਭਗਤ ਕਰੈ ਕਿਆ ਪ੍ਰਾਣੀ, ਹੇ ਪ੍ਰਾਣਾਧਾਰੀ ਜੀਵ, ਤੂੰ ਗੁਰੂ ਦੀ ਭਗਤੀ ਸੇਵਾ ਕੀ ਕਰ ਸਕਦਾ ਹੈ? ਤੇਰੀ ਸੇਵਾ ਤੁਝ ਤੇ ਹੋਵੇ ਔਰ ਨਾ ਦੂਜਾ ਕਰਤਾ। ਇਹ ਮਹਾਰਾਜ ਤੇਰੀ ਸੇਵਾ ਤੇਥੋਂ ਹੀ ਹੋ ਸਕਦੀ ਹੈ। ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਪਾਵਨ ਸ੍ਰੀ ਲਹਿਣਾ ਜੀ ਨੇ ਕੀਤੀ, ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਸ੍ਰੀ ਗੁਰੂ ਅਮਰਦਾਸ ਜੀ ਨੇ ਕੀਤੀ, ਸ੍ਰੀ ਗੁਰੂ ਰਾਮਦਾਸ ਜੀ ਦੀ ਸ੍ਰੀ ਗੁਰੂ ਅਮਰਦਾਸ ਜੀ ਦੀ ਸੇਵਾ ਗੁਰੂ ਰਾਮਦਾਸ ਨੇ ਕੀਤੀ, ਅਤੇ ਗੁਰੂ ਰਾਮਦਾਸ ਦੀ ਸੇਵਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ। ਹੋਰ ਕਿਸੇ ਪਾਸੋਂ ਹੋ ਹੀ ਨਹੀਂ ਸਕੀ। ਕਰਦੇ ਤਾਂ ਬਥੇਰੇ ਸੀਗੇ ਤੇ ਪਰ ਪ੍ਰਵਾਨ ਨਹੀਂ ਚੜੀ। ਬ੍ਰਹਮਾ ਇੰਦਰ ਮਹੇਸ਼ ਨ ਜਾਣੀ, ਤੂੰ ਕੀ ਕਰ ਸਕਦਾ? ਗੁਰਾਂ ਦੀ ਸੇਵਾ ਤਾਂ ਬ੍ਰਹਮਾ ਇੰਦਰ ਜਾਂ ਬ੍ਰਹਮਾ ਦੇ ਪਾਤਸ਼ਾਹ ਭਾਵ ਵਿਸ਼ਨੂੰ ਤੇ ਸ਼ਿਵ ਜੀ ਨੇ ਵੀ ਨਹੀਂ ਜਾਣੀ। ਭਾਵ ਗੁਰਾਂ ਦੀ ਸੇਵਾ ਕਰਨੀ ਅਤੀ ਕਠਿਨ ਹੈ। ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ ਸੁਖ ਸਾਰ। ਗੁਰੂ ਦੇ ਪਿਆਰੇ ਸਿੱਖ ਹੀ ਕਰ ਸਕਦੇ ਨੇ। ਧੰਨ ਬਾਬਾ ਦੀਪ ਸਿੰਘ ਵਰਗੇ ਸਿਰ ਦਿੱਤਿਆਂ ਤੇ ਬਿਨਾਂ ਸਿਰ ਦਿੱਤਿਆਂ ਕਹਿੰਦੇ ਧਰਮ ਨਹੀਂ ਰਹਿਣਾ। ਸੀਸ ਦੇਣ ਤੋਂ ਬਗੈਰ ਧਰਮ ਦੀ ਰੱਖਿਆ ਨਹੀਂ ਹੋਣੀ। ਸਿਰ ਦੇ ਕੇ ਤੇ ਧਰਮ ਦੀ ਰੱਖਿਆ ਕੀਤੀ। ਇਸੇ ਪ੍ਰਕਾਰ ਭਾਈ ਮਨੀ ਸਿੰਘ ਨੇ ਬੰਦ ਕਟਵਾ ਕੇ ਸੇਵਾ ਨਿਭਾਈ। ਬਾਬੇ ਤਾਰੂ ਸੋ ਨੇ ਖੋਪਰਾ ਲਵਾਇਆ। ਐਸੀ ਸੇਵਾ ਹੈ। ਸਤਿਗੁਰ ਲਖ ਕਹੋ ਕਿਉਂ ਲਖੀਐ, ਸਤਿਗੁਰੂ ਸਾਹਿਬ ਜੀ ਇਹਨਾਂ ਦੇਵਤਿਆਂ ਦੀ ਪਦਵੀ ਕਰਕੇ ਲਖਣ ਤੋਂ ਰਹਿਤ ਨੇ। ਦੱਸੋ ਖਾਂ ਭਾਈ, ਉਹਨਾਂ ਨੂੰ ਕਿਵੇਂ ਜਾਣ ਸਕੀਦਾ? ਭਾਵ ਨਹੀਂ ਜਾਣ ਸਕੀਦਾ। ਜਿਸ ਬਖਸ਼ੇ ਤਿਸੈ ਪਛਾਤਾ ਹੈ, ਜਿਸ ਨੂੰ ਗੁਰੂ ਬਖਸ਼ ਲੈਂਦਾ ਉਸਨੇ ਹੀ ਗੁਰੂ ਸਾਹਿਬ ਦੇ ਸਰੂਪ ਨੂੰ ਪਹਿਚਾਣਿਆ ਹੈ। ਅੰਤਰ ਪ੍ਰੇਮ ਪ੍ਰਾਪਤ ਦਰਸ਼ਨ, ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਦਾ ਪਿਆਰ, ਉਸ ਨੂੰ ਪਰਮੇਸ਼ਰ ਦਾ ਦਰਸ਼ਨ ਦੀਦਾਰ ਪ੍ਰਾਪਤ ਹੁੰਦਾ ਹੈ। ਗੁਰਬਾਣੀ ਸੋ ਪ੍ਰੀਤ ਸੋ ਪਰਸਨ, ਉਹ ਗੁਰਬਾਣੀ ਦੇ ਨਾਲ ਪ੍ਰੀਤੀ ਕਰਕੇ ਭਲੀ ਪ੍ਰਕਾਰ ਪਰਸਨ ਭਾਵ ਧਾਰਨ ਕਰਦਾ ਹੈ। ਜਾਂ ਗੁਰਬਾਣੀ ਨਾਲ ਪ੍ਰੀਤੀ ਤੇ ਗੁਰਾਂ ਦੇ ਚਰਨਾਂ ਨੂੰ ਪਰਸਨਾ ਕਰਦਾ ਹੈ। ਅਹਨਸ ਨਿਰਮਲ ਜੋਤ ਸਭਾਈ, ਉਹ ਦਿਨ ਰਾਤ ਸਾਰਿਆਂ ਵਿੱਚ ਉਜਲ ਜੋਤੀ ਨੂੰ ਪਹਿਚਾਨ ਲੈਂਦਾ ਹੈ। ਅਟ ਦੀਪਕ ਗੁਰਮੁਖ ਜਾਤਾ ਹੈ, ਅਤੇ ਗੁਰਾਂ ਦੁਆਰਾ ਉਸਨੇ ਆਪਣੇ ਹਿਰਦੇ ਵਿੱਚ ਗਿਆਨ ਰੂਪ ਸ਼ਬਦ ਰੂਪ ਦੀਵੇ ਦਾ ਪ੍ਰਕਾਸ਼ ਜਾਣਿਆ ਹੈ। ਭੋਜਨ ਗਿਆਨ ਮਹਾਰਸ ਮੀਠਾ, ਗਿਆਨ ਰੂਪੀ ਭੋਜਨ ਦਾ ਬਹੁਤ ਹੀ ਮਿੱਠਾ ਸਵਾਦ ਹੈ। ਵੱਡੇ ਬ੍ਰਹਮਾਨੰਦ ਨੂੰ ਦੇਣ ਵਾਲਾ ਹੈ। ਜਿਨ ਚਖਿਆ ਤਨ ਦਰਸ਼ਨ ਡੀਠਾ, ਜਿਸ ਨੇ ਇਹ ਰਸ ਚਖਿਆ
ਉਸ ਨੇ ਪਰਮੇਸ਼ਰ ਦਾ ਦਰਸ਼ਨ ਦੀਦਾਰ ਵੇਖਣਾ ਕੀਤਾ ਹੈ। ਦਰਸ਼ਨ ਦੇਖ ਮਿਲੇ ਬੈਰਾਗੀ। ਫਿਰ ਦਰਸ਼ਨ ਦੀਦਾਰ ਵੇਖ ਕੇ ਸੰਸਾਰ ਵੱਲੋਂ ਉਪਰਾਮਤਾ ਧਾਰਨ ਕਰਕੇ ਉਸ ਰੂਪ ਦੇ ਵਿੱਚ ਮਿਲਿਆ ਭੇਦ ਹੋਏ ਹਨ। ਮਨ ਮਨ ਸਾਮਾਰ ਸਮਾਤਾ ਹੈ। ਇਸ ਮਨ ਦੀਆਂ ਵਾਸ਼ਨਾਵਾਂ ਨੂੰ ਮਾਰ ਕੇ ਮਨ ਗੁਰ ਉਪਦੇਸ਼ ਵਿੱਚ ਲੀਨ ਹੋਇਆ ਹੈ। ਸਤਿਗੁਰ ਸੇਵੈ ਸੇ ਪਰਧਾਨਾ। ਜਿਹੜੇ ਸਤਿਗੁਰਾਂ ਨੂੰ ਸੇਵਦੇ ਨੇ ਉਹ ਲੋਕ ਪਰਲੋਕ ਦੇ ਵਿੱਚ ਮੁਖੀ ਹੋਏ ਹਨ। ਤਿਨ ਘਟ ਘਟ ਅੰਤਰ ਬ੍ਰਹਮ ਪਛਾਨਾ। ਤਿੰਨਾਂ ਨੇ ਘਟਾ ਘਟਾਂ ਦੇ ਅੰਤਰ ਵਿੱਚ ਪਰਮੇਸ਼ਰ ਨੂੰ ਪਹਿਚਾਨਣਾ ਸਿਆਣਨਾ ਕੀਤਾ ਹੈ। ਨਾਨਕ ਹਰਿ ਜਸ ਹਰਿ ਜਨ ਕੀ ਸੰਗਤ ਦੀਜੈ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਥਨ ਕਰਦੇ ਨੇ ਕਿ ਹੇ ਪ੍ਰਮਾਤਮਾ, ਮੈਨੂੰ ਆਪਣਾ ਕੀਰਤਨ ਕਰਨਾ ਅਤੇ ਆਪਣੇ ਭਗਤ ਜਨਾਂ ਦੀ ਸੰਗਤ ਬਖਸ਼ਣਾ ਦੇਣਾ ਕਰੋ ਜੀ। ਜਿਨ ਸਤਿਗੁਰ ਹਰਿ ਪ੍ਰਭ ਜਾਤਾ ਹੈ। ਜਿਨ੍ਹਾਂ ਨੇ ਇਹ ਹਰੀ ਪ੍ਰਮਾਤਮਾ ਤੈਨੂੰ ਸਤਿਗੁਰਾਂ ਦੁਆਰਾ ਜਾਣਨਾ ਕੀਤਾ ਹੈ। ਹਰ ਜਨ ਦੁਇ ਏਕ ਹੈ, ਬੇਵਿਚਾਰ ਕਛ ਨਾਹੀ। ਜਲ ਤੇ ਉਪਜਤ ਰੰਗ ਜਿਉ, ਜਲ ਹੀ ਵਿਖੈ ਸਮਾਹੇ। ਕਬੀਰ ਜੀ ਵਰਗੇ, ਰਵਿਦਾਸ ਜੀ ਵਰਗੇ, ਨਾਮਦੇਵ ਜੀ ਵਰਗੇ ਸੰਤਾਂ ਭਗਤਾਂ ਦੀ ਸੰਗਤ ਦੇਣਾ ਕਰੋ, ਜਿਸ ਕਰਕੇ ਅਸੀਂ ਉਹਨਾਂ ਦੇ ਚਰਨਾਂ ਵਿੱਚ ਤਰ ਜਾਈਏ, ਸਾਡਾ ਮਨ ਵੀ ਸੁਧਰ ਜਾਏ। ਭੁੱਲਾਂ ਚੁੱਕਾ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਸਤਿਗੁਰ ਸੇਵਾ ਸੇ ਪਰਧਾਨਾ। ਤਿਨ ਘਟ ਘਟ ਅੰਤਰ ਬ੍ਰਹਮ ਪਛਾਨਾ। ਨਾਨਕ ਹਰਿ ਜਸ ਹਰਿ ਜਨ ਕੀ ਸੰਗਤ ਦੀਜੈ। ਜਿਨ ਸਤਿਗੁਰ ਹਰਿ ਪ੍ਰਭ ਜਾਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ